ਇਲੈਕਟ੍ਰੋਨਿਕ ਕੰਡੇ ਤੇ ਪ੍ਰਸ਼ਾਦ ਨੂੰ ਨਾਪ ਲਓ। ਸਣੇ ਬਾਟਾ ਨਾਪ ਲਿਆ। ਚਲੋ ਇੱਕ ਐਕਸਪੈਰੀਮੈਂਟ ਕਰਕੇ ਦੇਖੋ ਪਲੀਜ਼। ਇਟ ਇਜ਼ ਮਾਈ ਹੰਬਲ ਰਿਕੁਐਸਟ ਵਿਦ ਫੋਲਡਡ ਹੈਂਡ। ਤੁਸੀਂ ਇੱਕ ਕਰਕੇ ਤਾਂ ਦੇਖੋ ਪਲੀਜ਼। ਪੂਰਾ ਬਾਟਾ ਤਿਆਰ ਕਰਕੇ ਕੜਾ ਪ੍ਰਸ਼ਾਦ ਦਾ ਲੈ ਆਓ। ਲੋਹੇ ਦਾ ਬਰਤਨ ਅੰਮ੍ਰਿਤਧਾਰੀ ਨੇ ਤਿਆਰ ਕੀਤਾ ਹੋਵੇ, ਵਾਹਿਗੁਰੂ ਕਹਿ ਕੇ ਤਿਆਰ ਕੀਤਾ ਹੋਵੇ। ਦੇਖੋ ਦੇਖ ਕਿਵੇਂ ਤਿਆਰ ਕਰਨੀ ਹੈ। ਵਾਹਿਗੁਰੂ 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 ਵਾਹਿ। ਅੰਮ੍ਰਿਤਧਾਰੀ ਗੁਰਸਿੱਖ ਰਹਿਤਵਾਨ ਗੁਰਸਿੱਖ ਹੋਵੇ, ਬਹੁਤ ਪਿਆਰ ਨਾਲ ਨਹਾ ਧੋ ਕੇ ਭਾਂਡੇ ਸਾਫ਼ ਕਰਕੇ ਗੈਸ ਚੁੱਲ੍ਹਾ ਸਾਫ਼ ਕਰਕੇ ਦੇਗ ਤਿਆਰ ਕਰ ਲਓ। ਪਾਈਆ ਜਿੰਨਾ ਤੁਹਾਡੇ ਲੱਗਦੇ, ਅੱਧਾ ਕਿਲੋ ਵੱਡਾ ਗੁਰਦੁਆਰਾ ਤੇ ਕਿਲੋ, ਵੈਸੇ ਅੱਧਾ ਕਿਲੋ ਵੱਡੇ ਗੁਰਦੁਆਰੇ 3 ਕਿਲੋ 4 ਕਿਲੋ 5 ਕਿਲੋ ਦੇਗ ਲੱਗ ਜਾਂਦੀ। ਪਰ ਆਪਾਂ ਐਡੇ ਵੱਡੇ ਕੰਮ 'ਚ ਨਹੀਂ ਜਾਂਦੇ। ਅਸੀਂ ਕਹਿੰਦੇ ਪਾਈਆ ਅੱਧਾ ਕਿਲੋ ਜਾਂ ਕਿਲੋ ਦੀ ਦੇਗ ਤਿਆਰ ਕਰ ਲਓ। ਛੋਟੀ ਦੇਗ ਬਾਟੇ ਵਿੱਚ ਆ ਜਾਣੀ ਆ ਪਾਈਆ, ਠੀਕ ਹੈ ਜੀ। 7 ਗੁਣਾ ਦੇਗ ਜ਼ਿਆਦਾ ਬਣਦੀ ਆ। ਜਿਹਨੂੰ ਆਪਾਂ ਪਾਈਆ ਦੀ ਦੇਗ ਕਹਿੰਦੇ ਨਾ, 7 ਪਾ ਹੋ ਜਾਣੀ ਉਹ ਪੌਣੇ 2 ਕਿਲੋ, ਠੀਕ ਹੈ। ਬਾਟੇ 'ਚ ਲਿਆਂਦੀ, ਰੱਖ ਦਿਓ ਉਹਨੂੰ ਬਿਲਕੁਲ ਇਲੈਕਟ੍ਰੋਨਿਕ ਕੰਡੇ ਤੇ। ਉਹਨੂੰ ਤੋਲ ਲਓ। ਤੋਲਿਆ, ਰੱਖ ਦਿਓ। ਰੱਖ ਦਿੱਤਾ, ਪਿਆਰ ਨਾਲ ਸਿਮਰਨ ਕਰੋ। ਸਿਮਰਨ ਕੀਤੇ ਵਾਹਿਗੁਰੂ ਆਉਂਦਾ, ਉੱਦਾਂ ਨਹੀਂ ਆਉਂਦਾ ਨਾ। ਦੂਜੇ ਨੇ ਤਾਂ ਭੱਡੀਆਂ ਉਹ ਭੇਡਾਂ ਬੱਕਰੀਆਂ ਦਾ ਇਕੱਠ ਕਹਿੰਦਾ ਸੰਗਤ ਸਿਮਰਨ ਨਹੀਂ ਕੀਤਾ, ਅੰਮ੍ਰਿਤਧਾਰੀ ਹੈ ਨਹੀਂ। ਸਾਰੇ ਅੰਮ੍ਰਿਤਧਾਰੀ ਬੈਠ ਕੇ ਸਿਮਰਨ ਕਰੋ 2 ਘੰਟੇ। ਕੀਤਾ, ਹੁਣ ਕੀਰਤਨ ਕਰ ਲਓ, ਕਥਾ ਕਰ ਲਓ, ਆਨੰਦ ਸਾਹਿਬ ਦਾ ਪਾਠ ਕਰੋ। ਗੁਰੂ ਸਾਹਿਬ ਜੀ ਦੇਗ ਹਾਜ਼ਰ ਹੈ, ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਰੀ ਸਾਧ ਸੰਗਤ 'ਚ ਵਰਤੇ। ਜੋ ਛਕੇ ਆਪਦਾ ਪਿਆਰਾ ਵਾਹਿਗੁਰੂ 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 ਨਾਮ ਜਪੇ। ਹੋ ਗਈ ਅਰਦਾਸ। ਹੁਕਮਨਾਮਾ ਲਓ, ਲੈ ਲਿਆ ਹੁਕਮਨਾਮਾ। ਗੁਰੂ ਸਾਹਿਬ ਜੀ ਅਸੀਂ ਉਹ ਦੇਗ ਨੂੰ ਟੈਸਟ ਕਰਨਾ। ਉਹ ਭਾਈ ਉਹ ਸਿਖੜਾ ਕਹਿੰਦਾ ਸੀ, ਭਾਈ ਅਸੀਂ ਉਹਦੇ ਕਹਿਣ ਤੇ ਕਰਨ ਲੱਗੇ ਹਾਂ। ਉਹ ਭਾਈ ਕਹਿੰਦਾ ਸੀ ਕਿ ਤੁਸੀਂ ਇਹ ਦੇਗ ਲੈਂਦੇ ਹੋ ਤੇ ਅਸੀਂ ਇਹ ਟੈਸਟ ਕਰਨੀ ਹੈ ਕਿ ਤੁਸੀਂ ਸੱਚਮੁੱਚ ਇਹਦੇ ਸਾਡਾ ਵਿਸ਼ਵਾਸ ਵੱਧ ਜਾਏ। ਅਸੀਂ ਉਹਦੀ ਗੱਲ 'ਤੇ ਯਕੀਨ ਨਹੀਂ ਕਰਨਾ, ਅਸੀਂ ਤਾਂ ਪ੍ਰਤੱਖ ਦੇਖਣਾ ਹੈ। ਸੋ ਇਹ ਅਰਦਾਸ ਵਿੱਚ ਕਹਿਣਾ ਹੈ, ਇਹ ਅਰਦਾਸ ਵਿੱਚ ਕਹਿਣਾ ਹੈ। ਪ੍ਰਤੱਖ ਦੇਖਣ ਵਾਲੀ ਚੀਜ਼ ਹਮੇਸ਼ਾ ਅਰਦਾਸ ਵਿੱਚ ਕਹਿਣਾ। ਇਹ ਵਾਹਿਗੁਰੂ ਨਾਲੇ ਤੁਹਾਨੂੰ ਪਤਾ ਲੱਗੂ, ਇਹ ਸੁਣਦਾ ਬੋਲਦਾ ਦੇਖਦਾ ਵਾਹਿਗੁਰੂ, ਬਖਸ਼ਿਸ਼ ਕਰਦਾ ਵਾਹਿਗੁਰੂ। ਤੁਹਾਨੂੰ ਇਹ ਵੀ ਇਹ ਵਿਸ਼ਵਾਸ ਆ ਜੂ। ਉਹ ਭਾਈ ਕਹਿੰਦਾ ਸੀ, ਕਥਾ ਵਿੱਚ ਸੁਣਿਆ, ਉਹ ਭਾਈ ਕਹਿੰਦਾ ਸੀ ਕਿ ਦੇਗ ਗੁਰੂ ਸਾਹਿਬ ਲੈਂਦੇ ਆ ਤੇ ਅਸੀਂ ਇਹ ਟੈਸਟ ਕਰਨੀ ਆ, ਅਸੀਂ ਉਹ ਤੋਲਣੀ ਆ ਹੁਣ ਚੁੱਕ ਕੇ। ਹੁਕਮਨਾਮੇ ਤੋਂ ਬਾਅਦ ਤੁਸੀਂ ਉਸ ਦੇਗ ਨੂੰ ਚੁੱਕ ਲਓ, ਸਾਡੇ ਉਸੇ ਬਾਟੇ ਨੂੰ ਉੱਦਾਂ ਹੀ ਰੁਮਾਲ ਦਿੱਤਾ ਰਹਿਣ ਦਿਓ। ਤੋਲੋ, ਤੁਸੀਂ ਦੇਖੋ ਕਿ ਦੇਗ 15 ਤੋਂ 30 ਗ੍ਰਾਮ ਦੇਗ ਘੱਟ ਹੋਈ। 40 ਗ੍ਰਾਮ ਵੀ ਹੋ ਸਕਦੀ ਆ, 50 ਗ੍ਰਾਮ ਵੀ ਹੋ ਸਕਦੀ ਆ, 60 ਗ੍ਰਾਮ ਵੀ ਹੋ ਸਕਦੀ ਆ। ਜਿਵੇਂ ਜਿਵੇਂ ਪਾਤਸ਼ਾਹ ਦਾ ਤੁਹਾਡਾ ਵਿੱਚ ਤੁਸੀਂ ਕਹਿ ਕੇ ਦੇਖ ਲਓ, ਗੁਰੂ ਸਾਹਿਬ ਜੀ ਇਹ ਦੇਗ ਘੱਟੋ ਘੱਟ 60 ਗ੍ਰਾਮ ਘੱਟ ਹੋਵੇ, ਤੁਸੀਂ ਜ਼ਿਆਦਾ ਲੈ ਲਓ। ਕਹਿ ਦਿਓ ਅਰੇ ਕਰਕੇ ਦੇਖੋ ਭਾਈ, ਕਰਕੇ ਦੇਖੋ। ਤੁਸੀਂ ਥੋੜਾ ਜਿਹਾ ਪ੍ਰਸ਼ਾਦ ਨਹੀਂ ਲੈਣਾ ਗੁਰੂ ਸਾਹਿਬ ਜੀ, 1-2 ਗ੍ਰਾਮ ਨਹੀਂ ਲੈਣਾ। ਤੁਸੀਂ 40-50 ਗ੍ਰਾਮ ਪ੍ਰਸ਼ਾਦ ਲਓ, 60 ਗ੍ਰਾਮ ਪ੍ਰਸ਼ਾਦ ਲਓ। ਅਸੀਂ ਇਹਨੂੰ ਤੋਲਣਾ ਹੈ ਤੇ ਤੁਹਾਡੇ ਤੇ ਵਿਸ਼ਵਾਸ ਲਿਆਉਣਾ ਹੈ। ਤੋਲੋ, 50-60 ਗ੍ਰਾਮ ਦੇ ਘੱਟ ਹੋਏ। ਕਰਕੇ ਦੇਖ ਲਾ ਭਾਈ, ਪ੍ਰੈਕਟੀਕਲ ਤੁਹਾਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਦੀ ਹੋਂਦ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ 10 ਪਾਤਸ਼ਾਹੀਆਂ ਰਹਿੰਦੀਆਂ ਤੇ ਤੁਹਾਡੇ ਪ੍ਰਸ਼ਾਦ ਨੂੰ ਟੱਚ ਕਰਦੀਆਂ, ਤੁਹਾਡੇ ਪ੍ਰਸ਼ਾਦ ਨੂੰ ਚੱਖਦੀਆਂ। ਆਪਾਂ ਉਹਨਾਂ ਦਾ ਸੀਤ ਪ੍ਰਸ਼ਾਦ ਲੈਂਦੇ ਹਾਂ, ਪਹਿਲਾਂ ਗੁਰੂ ਸਾਹਿਬ ਲੈਂਦੇ ਆ। ਨਾਲੇ ਤੁਹਾਡਾ ਵਿਸ਼ਵਾਸ ਵੱਜੂ ਤੇ ਨਾਲੇ ਇਹ ਗੱਲ ਸਾਬਤ ਹੋ ਜਾਊ। ਜੈਸੇ ਤੋਂ ਫਨਿੰਦਰ ਮੈਂ ਪਾਨ ਮਹਾਤਮੇ ਨਾ ਜਾਣੇ, ਦੁੱਧ ਪੀਣ ਦਾ ਮਹੱਤਵ ਨਹੀਂ ਜਾਣਦਾ ਤੇ ਆਨ ਦੇਵ ਸੇਵਕ ਮਹਾਪ੍ਰਸਾਦ ਅੰਗ ਮੈਂ, ਤੇ ਉਹ ਵੀ ਨਹੀਂ ਜਾਣਦਾ ਕਿ ਇਹ ਜਿਹੜਾ ਦੇਗ ਹੈ ਕੜਾਹ ਪ੍ਰਸ਼ਾਦ ਦੀ ਮਹਾਤਮਾ ਦੀ ਸੋਝੀ ਨਹੀਂ ਜਾਣਦਾ। ਕਰਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਨਾ। ਹਾਂ, ਜਾਣਦਾ ਨਹੀਂ ਤੂੰ। ਬਿਨ ਹੰਸ ਬੰਸ ਬੱਗ ਠੱਗ ਨਾ ਸਕਤ ਇੱਕ ਟਿਕ, ਅਗਮ ਅਗਾਧ ਸੁਖ ਸਾਗਰ ਤਰੰਗ ਮੈਂ। ਤੋ ਜਿਵੇਂ ਹੰਸਾਂ ਦੀ ਕੁਲਾਂ ਤੋਂ ਬਿਨਾਂ ਉਹਨਾਂ ਦੀ ਸੰਗਤ ਵਿੱਚ ਪਖੰਡੀ ਬਗਲਾ ਨਹੀਂ ਟਿਕ ਸਕਦਾ। ਪਖੰਡੀ ਬਗਲਾ ਹੰਸਾਂ ਦੀ ਸੰਗਤ ਵਿੱਚ ਨਹੀਂ ਟਿਕ ਸਕਦਾ। ਕਿਉਂ? ਉਹ ਡੱਡੂ ਖਾਂਦਾ ਤੇ ਉਹ ਹੀਰੇ ਖਾਂਦਾ ਤੇ ਉਹ ਗਹਿਰ ਗੰਭੀਰ ਤੇ ਅਥਾਹ ਸੁੱਖਾਂ ਦੇ ਸਮੁੰਦਰ ਮਾਨ ਸਰੋਵਰ ਵਿਚਲੀਆਂ ਲਹਿਰਾਂ ਦੀ ਸੋਝੀ ਨਹੀਂ ਰੱਖਦਾ। ਉਹਨੂੰ ਪਤਾ ਮੈਂ ਡੁੱਬ ਜਾਣਾ। ਤੋ ਇਸ ਤਰ੍ਹਾਂ ਨਾਲੇ ਉਹ ਹੀਰੇ ਨਹੀਂ ਖਾਂਦਾ ਨਾ। ਤੋ ਇਸ ਤਰ੍ਹਾਂ ਸਤਿਗੁਰੂ ਦੇ ਵਰਸਾਏ ਗੁਰਸਿੱਖ ਹੰਸਲਿਆਂ ਦੀ ਸੰਗਤ ਵਿੱਚ
ਹੋਰ ਦੇਵਤਿਆਂ ਦਾ ਉਪਾਸ਼ਕ ਟਿਕ ਨਹੀਂ ਸਕਦਾ। ਇਸ ਤਰ੍ਹਾਂ ਸਤਿਗੁਰੂ ਦੇ ਵਰਸਾਏ ਗੁਰੂ ਨਾਨਕ ਪਾਤਸ਼ਾਹ ਦੀ ਬਣਾਈ ਸੰਗਤ, ਗੁਰਸਿੱਖ ਹੰਸਲਿਆਂ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਦੁਆਰੇ ਸੰਗਤ ਵਿੱਚ ਹੋਰ ਦੇਵਤਿਆਂ ਦਾ ਉਪਾਸ਼ਕ ਟਿਕ ਨਹੀਂ ਸਕਦਾ, ਦੇਵੀ ਦੇਵਤੇ ਦਾ ਉਪਾਸ਼ਕ ਟਿਕ ਨਹੀਂ ਸਕਦਾ। ਅਤੇ ਉਹ ਸੁੱਖਾਂ ਦੇ ਸਾਗਰ ਅਗਾਧ ਬੋਧ ਸਤਿਗੁਰੂ ਨਾਨਕ ਜੀ ਦੇ ਗਿਆਨ ਬਾਣੀ, ਗੁਰਬਾਣੀ, ਧੁਰਤੀ ਬਾਣੀ, ਗਿਆਨ ਉਪਦੇਸ਼ ਦੀਆਂ ਤਰੰਗਾਂ ਦੀ ਸਾਰ ਨਹੀਂ ਜਾਣ ਸਕਦਾ। ਅੰਨਾ ਕੀ ਜਾਣੇ, ਅੰਨਾ ਹੀ ਹੈ ਤੇ ਦੇਹ ਕੋਲ ਗਿਆ, ਅੰਨਾ ਹੀ ਹੈ ਤੇ ਦੇਹ ਕੋਲ ਗਿਆ। ਜਿਹੜੇ ਬੰਦੇ ਅੰਨੇ ਆ ਨਾ, ਦਿਮਾਗੋਂ ਅੰਨੇ, ਅੱਖੋਂ ਅੰਨੇ ਨਹੀਂ, ਜਿਹੜੇ ਬੰਦੇ ਦਿਮਾਗੋਂ ਅੰਨੇ ਆ ਨਾ, ਉਹ ਦੇਹਧਾਰੀ ਗੁਰੂ ਕੋਲ ਜਾਣਗੇ। One thing you note it, I tell you, you believe it। ਅਕਲੋਂ ਅੰਨਾ ਬੰਦਾ ਸਰੀਰ ਕੋਲ ਜਾਊਗਾ, ਸੰਤ ਕੋਲ ਜਾਊਗਾ, ਮਹਾਤਮਾ ਕੋਲ ਜਾਊਗਾ, ਮਹਾਂਪੁਰਖ ਕੋਲ ਜਾਊਗਾ। ਉਹਨੂੰ ਇਹ ਨਹੀਂ ਪਤਾ ਉਹ ਤੂੰ ਆਪ ਵਾਹਿਗੁਰੂ ਆ, ਇਹ ਤਾਂ ਸੋਚ ਹੀ ਨਹੀਂ ਆਈ। ਉਹ ਤੂੰ ਆਪ ਵਾਹਿਗੁਰੂ, ਉਹਨੇ ਤੈਨੂੰ ਆਪਣੇ ਚਰਨਾਂ ਨਾਲ ਜੋੜ ਲੈਣਾ। ਉਹ ਗੰਦਗੀ ਟੋਕਰੀ ਆ, ਤੂੰ ਆਪ ਵਾਹਿਗੁਰੂ ਆ। ਗੁਰਬਾਣੀ ਨਾਲ ਜੋੜਨਾ, ਤੈਨੂੰ ਪਤਾ ਲੱਗੇ ਤੂੰ ਵਾਹਿਗੁਰੂ। ਤੈਨੂੰ ਕਿਸੇ ਸੰਤ ਮਹਾਤਮਾ ਨੇ ਕਿਹਾ ਤੂੰ ਵਾਹਿਗੁਰੂ, ਕਿਸੇ ਬੰਦੇ ਨੇ ਤੈਨੂੰ ਕਿਹਾ ਤੂੰ ਵਾਹਿਗੁਰੂ, ਤੈਨੂੰ ਕਿਸੇ ਨੇ ਕਿਹਾ ਵਾਹਿਗੁਰੂ ਵਿੱਚ ਮਿਲਣਾ। ਤੈਨੂੰ ਪਤਾ ਪਾਣੀ ਦੀ ਤਰ੍ਹਾਂ ਤੂੰ ਜੁੜ ਸਕਦਾ ਪਾਣੀ ਵਿੱਚ। ਤੈਨੂੰ ਕਿਸੇ ਨੇ ਸਮਝਾਇਆ ਤੂੰ ਵਾਹਿਗੁਰੂ? ਕੋਈ ਸਮਝਾਉਂਦਾ ਨਹੀਂ ਭਾਈ ਯਾਰ। ਨਾ ਤੂੰ ਸਮਝਣ ਨੂੰ ਤਾਂ ਤਿਆਰ ਨਹੀਂ। ਕਿਸੇ ਨੇ ਕੀ ਸਮਝਾਉਣਾ, ਤੂੰ ਸਮਝਣ ਨੂੰ ਵੀ ਤਾਂ ਤਿਆਰ ਨਹੀਂ। ਗੱਲ ਆ ਜਦੋਂ ਬੰਦੇ ਨੂੰ ਪੁੱਛੀ ਜਾਂਦਾ, ਬੰਦੇ ਨੂੰ ਮੈਂ ਤੁਹਾਨੂੰ ਅੱਗੇ ਕਿਹਾ ਸੰਤ ਮਹਾਤਮਾ 60-70 ਕਰੋੜ ਰੁਪਈਆ ਲੈ ਆਉਂਦੇ ਆ, ਲੱਖਾਂ ਰੁਪਈਆ, ਸੌਰੀ, 1 ਰੁਪਈਆ ਵੀ ਪੰਥ ਦੇ ਕਾਰੀ ਤੇ ਨਹੀਂ ਲਾਉਂਦੇ, ਜਾਂ ਗੁਰੂ ਤੇ ਨਹੀਂ ਖਰਚਦੇ, ਜਾਂ ਪ੍ਰਚਾਰ ਤੇ ਨਹੀਂ ਖਰਚਦੇ। ਤਾਂ ਮੈਨੂੰ ਰੁਪਈਆ ਦੇ ਕੇ ਦੇਖ, ਮੈਂ ਤੈਨੂੰ ਕਰੋੜਾਪਤੀ ਬਣਾ ਦਿਆਂ। ਮੈਂ ਤਾਂ ਲਿਖਿਆ I will read out one day ਕਿ ਮੈਂ ਕੀ ਕਰ ਸਕਦਾ। ਪਹਿਲੀ ਗੱਲ ਤਾਂ ਮੈਂ ਫਿਲਮ ਇੰਡਸਟਰੀ ਬਣਾਉਂਗਾ। ਪਹਿਲੀ ਗੱਲ ਮੈਂ ਤੁਹਾਨੂੰ ਦੱਸੂਗਾ ਇੱਕ ਇੱਕ ਲਾਈਨ ਕਿ ਮੇਰਾ ਗੁਰੂ ਨਾਨਕ ਕੀ ਕਹਿਣਾ ਚਾਹੁੰਦਾ, ਮੇਰਾ ਵਾਹਿਗੁਰੂ, ਮੇਰਾ ਵਾਹਿਗੁਰੂ। ਪਹਿਲਾ ਤਾਂ ਪਿਕਚਰ ਮੈਂ ਬਣਾਉਣੀ ਆਪਣਾ ਮੂਲ ਪਛਾਣ। ਠੀਕ ਹੈ, ਬਹੁਤ ਘੱਟ ਦੁਨੀਆ ਦੇਖੇਗੀ, ਪਰ ਬਾਹਰ ਦੁਨੀਆ ਦੇਖੇਗੀ। ਆਈ ਟੈਲ ਯੂ, ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ। ਕਿਸੇ ਨੇ ਦੱਸਿਆ ਹੀ ਨਹੀਂ ਤੂੰ ਪਰਮਾਤਮਾ ਆ, ਤੂੰ ਵਾਹਿਗੁਰੂ ਆ। ਤੇ ਵਾਹਿਗੁਰੂ ਨੂੰ ਮਿਲਣਾ ਕੀ ਔਖਾ? ਸਰੀਰ ਇੱਕ ਕਿ ਕੂੜੇ ਟੁੱਟੇ ਪਾ, ਹੁਕਮ ਰਜਾਈ ਚੱਲਣਾ। ਇਹ ਝੂਠੀ ਕੰਧ ਤੋਂ ਫਿਰ ਝੂਠੀ ਆ, ਜਿਆਦਾ ਸੱਚੀ ਹੋਵੇ, ਪੱਕੀ ਕੰਕਰੀਟ ਹੋਵੇ ਨਾ। ਕਿਉਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ? ਮੈਂ ਵਾਹਿਗੁਰੂ ਹਾਂ, ਤੂੰ ਵਾਹਿਗੁਰੂ। ਫਿਰ ਮੈਂ ਵਾਹਿਗੁਰੂ ਕਿਵੇਂ ਹੋ ਜਾਵਾਂ? ਕਿਉਂ ਸਚਿਆਰਾ? ਮੈਂ ਵਾਹਿਗੁਰੂ ਵਰਗਾ ਖਾਲਸ ਪਿਓਰ ਕਿਵੇਂ ਹੋ ਜਾਵਾਂ? ਕਿਉਂ ਸਚਿਆਰਾ ਹੋਈਏ? ਕਿਉਂ ਕੂੜੇ ਟੁੱਟੇ? ਝੂਠ ਦੀ ਕੰਧ ਕਿਵੇਂ ਟੁੱਟ ਜਾਏ? ਇਹ ਤਾਂ ਝੂਠੀ ਕੰਧ ਆ। ਜਾਂ ਤਾਂ ਹੋਵੇ ਨਾ ਵਾਹਿਗੁਰੂ ਕਹਿ ਸੱਚੀ ਕੰਧ, ਝੂਠ ਦੀ ਕੰਧ ਆ। ਤਾਂ ਝੂਠ ਦੀ ਕੰਧ ਨੂੰ ਸੱਚ ਤੋੜ ਨਹੀਂ ਸਕਦਾ। ਕੰਕਰੀਟ ਆ ਜਿਹੜਾ ਟੁੱਟਣੀ ਨਹੀਂ। ਝੂਠ ਦੀ ਕੰਧ ਮਾਰ ਤੋੜ ਕੇ ਪਰੇ। ਐਂਡ ਯੂ ਸੀ ਦੈਟ ਯੂ ਆਰ ਇਨਲਾਈਟਡ। ਦੇਖ ਤੂੰ ਵਾਹਿਗੁਰੂ ਹੈ, ਦੇਖ ਤੂੰ ਵਾਹਿਗੁਰੂ ਹੈ। ਤੂੰ ਦੱਸ ਦੇ, ਨਹੀਂ ਤੇ ਮੈਂ ਤਾਂ ਇੱਕ ਲੇਖ ਲਿਖਿਆ, ਤੂੰ ਮੈਨੂੰ ਪ੍ਰੂਫ ਕਰ ਦੇ ਤੂੰ ਵਾਹਿਗੁਰੂ ਨਹੀਂ, ਮੈਂ ਤੈਨੂੰ ਪ੍ਰੂਫ ਕਰ ਦੇਣਾ ਤੂੰ ਵਾਹਿਗੁਰੂ। ਤੂੰ ਮੈਨੂੰ ਪ੍ਰੂਫ ਕਰ ਦੇ ਤੂੰ ਸਰੀਰ ਹੈ, ਮੈਂ ਤੈਨੂੰ 10 ਕਰੋੜ ਰੁਪਏ ਇਨਾਮ ਦਿਆਂਗਾ। ਤੇ ਫਿਰ ਵਾਹਿਗੁਰੂ ਨੂੰ ਬੰਦੇ ਮਗਰ ਕੀ ਜਾਣਾ, ਉਹ ਗੰਦੀ ਟੋਕਰੀ ਮਗਰ ਕੀ ਜਾਣਾ? ਹੀ ਕੈਨ ਨਾਟ ਟੀਚ ਯੂ ਐਨੀਥਿੰਗ। ਕਿਉਂ? ਉਹਨੇ ਤੈਨੂੰ ਆਪਣੇ ਪੈਰਾਂ ਨਾਲ ਜੋੜਨਾ। ਤੇ ਉੱਥੇ ਧਰਮਰਾਜ ਤੇਰੀ ਐ ਮਰੋੜ ਕੇ ਤੈਨੂੰ ਦਾਣਿਆਂ ਵਾਂਗੂ ਭੁੰਨ ਦੇਣਾ। ਬੰਦੇ ਕੋਲ ਜਾਣ ਵਾਲਿਆ, ਬੰਦੇ ਨੂੰ ਮੰਨਣ ਵਾਲਿਆ, ਤੈਨੂੰ ਪਤਾ ਹੀ ਨਹੀਂ ਅਸਲੀ ਤੂੰ ਕੌਣ ਹੈ। ਤੈਨੂੰ ਪਤਾ ਹੀ ਨਹੀਂ ਤੇਰੀ ਅਸਲੀਅਤ ਕੀ ਹੈ। ਤੈਨੂੰ ਪਤਾ ਹੀ ਨਹੀਂ ਕਿ ਵਾਟ ਇਜ਼ ਯੂਰ ਅਚੀਵਮੈਂਟ। ਤੈਨੂੰ ਪਤਾ ਹੀ ਨਹੀਂ ਵਾਟ ਫਾਰ ਯੂ ਹੈਵ ਕਮ ਹੇਅਰ। ਤੈਨੂੰ ਪਤਾ ਹੀ ਨਹੀਂ ਤੈਨੂੰ ਜਨਮ ਕਿਉਂ ਮਿਲਿਆ। ਤੈਨੂੰ ਪਤਾ ਹੀ ਨਹੀਂ। ਇਸ ਕਰਕੇ ਤੂੰ ਬੰਦੇ ਕੋਲ ਜਾਣਾ। ਸ਼ਾਇਦ ਬੰਦੇ ਨੂੰ ਮੇਰੇ ਤੇ ਬਹੁਤ ਬਖਸ਼ਿਸ਼ ਕਰ ਦੇਣੀ ਹੈ। ਹਾਂ, ਭਾਈ ਗੁਰਦਾਸ ਨੂੰ ਧਿਆਨ ਨਾਲ ਸੁਣੀ। ਕੀੜੀ ਦੇ ਪੇਟ ਵਿੱਚ ਹਾਥੀ ਸਮਾ ਸਕਦਾ, ਤੇ ਤੂੰ ਵਾਹਿਗੁਰੂ ਬੰਦੇ ਕੋਲ ਕਿਵੇਂ ਸਮਾ ਸਕਦਾ? ਸਮਝ ਤਾਂ ਤੈਨੂੰ ਨਹੀਂ। ਕਿਸੇ ਨੂੰ ਕੀ ਕਹਿਣਾ? ਸਮਝ ਤਾਂ ਤੈਨੂੰ ਨਹੀਂ। ਬੰਦਾ ਤੈਨੂੰ ਕੁਛ ਨਹੀਂ ਦੇ ਸਕਦਾ, ਤੈਨੂੰ ਕੁਛ ਨਹੀਂ ਦੇ ਸਕਦਾ। ਜਾਂ ਅੱਛਾ ਚਲੋ ਮੇਰੀ ਹੁਣ ਗੱਲ ਪਿਆਰ ਨਾਲ ਸੁਣ ਲੈ। ਬੰਦੇ ਕੋਲ ਚਲਾ ਗਿਆ, ਹਾਂ, ਬੰਦੇ ਨੂੰ ਕਹਿ ਮੈਂ ਵਾਹਿਗੁਰੂ ਹਾਂ। ਉਹਨੇ ਪਹਿਲਾਂ ਤੇਰੀ ਗੱਲ ਸੁਣ ਕੇ ਤੈਨੂੰ ਕੱਢ ਦੇਣਾ। ਚਾਹੇ ਤੇਰੇ ਭਾਗਾਂ 'ਚ ਨਹੀਂ, ਇੱਥੇ ਉਹਨੂੰ ਸਮਝ ਆ ਗਿਆ ਬੰਦਾ ਗਿਆਨੀ ਆ, ਗਿਆਨਵਾਨ। ਮਹਾਂਪੁਰਖੋ, ਬਾਬਾ ਜੀ ਕਹਿ ਦਿਓ, ਸੰਤ ਮਹਾਤਮਾ ਜੀ ਕਹਿ ਦਿਓ, ਪੈਰੀਂ ਹੱਥ ਲਾ ਦਿਓ, ਕੋਈ ਗੱਲ ਨਹੀਂ। ਬਾਬਾ ਜੀ ਮੈਂ ਵਾਹਿਗੁਰੂ ਹਾਂ, ਗੁਰੂ ਨਾਨਕ ਦਾ ਪੁੱਤਰ ਵਾਹਿਗੁਰੂ ਹਾਂ। ਦੇਖਣਾ ਮਨ ਤੂੰ ਜੋਤ ਸਰੂਪ ਹੈ, ਨਾਲ ਬਾਣੀ ਪੜ੍ਹਦੇ ਹੀ ਮੈਂ ਵਾਹਿਗੁਰੂ ਹਾਂ, ਤੇ ਮੈਨੂੰ ਵਾਹਿਗੁਰੂ ਨਾਲ ਮਿਲਾਓ। ਜੇ ਉਹ ਬਾਬਾ ਤੈਨੂੰ ਵਾਹਿਗੁਰੂ ਨਾਲ ਮਿਲਾ ਦੇਵੇ ਨਾ, ਤੇ ਮੇਰਾ ਸਿਰ ਮੈਂ ਇੱਥੇ ਹੀ ਕੱਟ ਦੇਣਾ। ਇੱਥੇ ਹੀ ਤੇਰੇ ਸਾਹਮਣੇ ਐਸੇ ਸੀਡੀ ਤੇ ਐਸੇ ਕੈਮਰੇ ਦੇ ਸਾਹਮਣੇ ਸੀਡੀ ਬਣਾ ਕੇ ਆਪਣਾ ਸਿਰ ਕੱਟ ਲੈਣਾ ਮੈਂ। ਜਿਸ ਬੰਦੇ ਨੇ ਆਪਣੇ ਨਾਲ ਸੰਤ ਮਹਾਤਮਾ ਮਹਾਂਪੁਰਖ ਲਾ ਲਿਆ ਤਾਂ ਹਉਮੈ। ਇਹ ਤਾਂ ਹਉਮੈ ਆ। ਤੇ ਹਉਮੈ ਵਾਲਾ ਕੀ ਕਰੂ? ਸਾਦਾ ਬੰਦਾ ਨਹੀਂ ਰਹਿ ਸਕਦਾ, ਗ੍ਰਸਤੀ ਬੰਦਾ ਨਹੀਂ ਰਹਿ ਸਕਦਾ ਹੈ। ਇਹ ਤਾਂ ਹਉਮੈ ਆ। ਮੈਂ ਸੰਤ ਹਾਂ, ਮੈਂ ਮਹਾਤਮਾ ਹਾਂ, ਮੈਂ ਮਹਾਂਪੁਰਖ ਹਾਂ, ਮੈਂ 108 ਹਾਂ, ਮੈਂ ਸ਼੍ਰੀ ਹਾਂ,
ਮੈਂ ਇੱਕ ਆਧਾਰ 8 ਹਾਂ। ਇਹ ਤਾਂ ਹਉਮੈ ਆ। ਮਨ ਤੋਂ ਮੈਗਲ ਹੋਏ ਰਹੇ ਹੋ ਤੇ ਮਨ ਤੋਂ ਹਾਥੀ ਬਣ ਗਿਆ। ਕਿ ਹਾਥੀ ਕਿਵੇਂ ਹੋ? ਮੁਖ ਦੁਆਰਾ ਸੂੰਕਰਾ ਰਾਈ 10ਵੇਂ ਪਾਏ। ਮਨ ਤੋਂ ਮੈਗਲ ਹੋਈ ਰਹੇ ਹੋ, ਕਿਉਂ ਕਰਨ ਨਿਕਸਿਓ ਜਾਏ। ਇਹ ਤਾਂ ਹਾਥੀ ਬਣ ਗਿਆ ਤੇ ਹਾਥੀ ਛੋਟੀ ਜਿਹੀ ਮਰੀ ਚੋਂ ਕਿਵੇਂ ਨਿਕਲ ਜਾਊ? ਨਹੀਂ ਨਾ ਨਿਕਲ ਸਕਦਾ। ਤੈਨੂੰ ਕਿਸੇ ਨੇ ਬਾਣੀ ਸਮਝਾਈ ਨਹੀਂ। ਕਿਉਂ? ਤੇਰਾ ਦਿਮਾਗ ਡਾਲਾ, ਤੂੰ ਬਾਣੀ ਆਪ ਪੜ੍ਹਦਾ ਨਹੀਂ, ਸੁਣਦਾ ਨਹੀਂ, ਵਿਚਾਰਦਾ ਨਹੀਂ, ਤੈਨੂੰ ਗੱਲ ਦਾ ਪਤਾ ਹੀ ਨਹੀਂ, ਲੱਗ ਹੀ ਨਹੀਂ ਸਕਦਾ, ਸੋਝੀ ਆ ਹੀ ਨਹੀਂ ਸਕਦੀ। ਸੋਝੀ ਕਿਵੇਂ ਆਵੇ? ਸੋਝੀ ਤਾਂ ਬਾਣੀ ਦਿੰਦੀ ਹੈ। ਅਗਿਆਨੀ ਨੂੰ ਗਿਆਨੀ ਬਾਣੀ ਬਣਾਉਂਦੀ ਆ, ਤੈਨੂੰ ਸੋਝੀ ਨਹੀਂ। ਬਾਣੀ ਪੜ੍ਹਨ ਨੂੰ ਟਾਈਮ ਹੈ ਨਹੀਂ। ਉਹ ਧਰਮਰਾਜ ਪੜਾਊ ਤੈਨੂੰ ਦੇਖ ਕਿਵੇਂ ਗੁਟਕਾ ਪੜਾਉਂਦਾ ਤੈਨੂੰ। ਜਮਦੂਤ ਦੇਖੀ ਤੇਰੇ 2 ਛਿੱਲਾਂ ਲਾ ਕੇ ਨਾ ਤੇਰੀਆਂ ਤੇ ਤੇਰੇ ਟੁਕੜੇ ਕਰਕੇ ਨਾ 5 ਤੈਨੂੰ ਕਿਵੇਂ ਬਾਣੀ ਪੜਾਉਂਦਾ ਜਮਦੂਤ। ਉਦੋਂ ਯਾਦ ਕਰੇਗਾ ਸਿੱਖੜੇ ਦੀ ਗੱਲ। ਉਹ ਭਾਈ ਯਾਰ ਠੀਕ ਹੀ ਕਹਿੰਦਾ ਸੀ, ਮੈਂ ਤਾਂ ਸਮਝਿਆ ਐਵੇਂ ਬੋਲੀ ਜਾਂਦਾ, ਪਰ ਉਹ ਠੀਕ ਹੀ ਕਹਿੰਦਾ ਸੀ। ਦੇਖੀ ਯਾਰ ਤੇਰੀ ਭਮੀਰੀ ਕਿਵੇਂ ਘਮਾਉਂਦਾ ਉਹ। जैसे तो नगर एक होत है अनेक हाटे, तो गाहक असंख्य आवे बेचन और लैन को। बड़ी सीधी जी गल की भाई। एक नगरी है, शहर, ठीक है, तो सौदा लैन देन दियां कई हट्टियां होंदियां, ठीक है, तो अनगिनत ही गाहक उन्हें हट्टी तो सौदा वेचन ते लैन आउंदा। वेचन भी आउंदा, लैन भी आउंदा। देखना वो कहता ले लो जी चीज़, आटा ले लो, ले लिया। आटा लैन वाला भी जाता ते देन वाला जाते हैं। ਲੈਣ ਦੇਣ ਬਣੇ ਗਾਹਕਾਂ ਨੇ। ਦੇਖੋ ਨਾ ਸੌਦਾ ਆਊਗਾ ਤੇ ਦਊਗਾ ਨਾ। ਕੰਪਨੀ ਵਾਲੇ ਸੌਦਾ ਦੇਈ ਜਾਂਦੇ, ਲੈ ਲੈਂਦਾ, ਅੱਗੋਂ ਗਾਹਕਾਂ ਨੂੰ ਵੇਚੀ ਜਾਂਦਾ। ਲੈਣ ਦੇਣ ਸੋ ਜਾਂ ਪੈ ਕੁਛ ਵੇਚੇ ਅਰ ਬਨਜ ਨਾ ਮੰਗੇ ਪਾਵੇ, ਆਨ ਪੈ ਵਿਸਾਹੇ ਜਾਏ ਦੇਖੇ ਸੁਣ ਨੈਣ ਕੋ। ਤੇ ਗਾਹਕ ਜਿਸ ਹੱਟ ਤੇ ਜਾ ਕੇ ਕੁਛ ਵੇਚਦਾ ਤੇ ਉੱਥੋਂ ਮੰਗਣ ਤੇ ਲੋੜੀਂਦਾ ਸੌਦਾ ਨਾ ਮਿਲੇ, ਉੱਥੋਂ ਮੰਗਣ ਤੇ ਲੋੜੀਂਦਾ ਸੌਦਾ ਨਾ ਮਿਲੇ ਤਾਂ ਹੋਰ ਹੱਟੀ ਤੇ ਜਾ ਕੇ ਖਰੀਦ ਵੰਡ ਵਪਾਰ ਕਰਦਾ ਹੈ, ਠੀਕ ਹੈ। ਅਤੇ ਉੱਥੋਂ ਲੋੜੀਂਦੀ ਵਸਤੂ ਵੇਖ ਕੇ ਉਸ ਦੀਆਂ ਅੱਖਾਂ ਨੂੰ ਸੁੱਖ ਮਿਲਦਾ ਹੈ, ਭਾਵ ਉਸ ਨੂੰ ਖੁਸ਼ੀ ਮਿਲਦੀ ਹੈ ਕਿ ਮੈਂ ਜਿਹੜੀ ਚੀਜ਼ ਚਾਹੁੰਦਾ ਸੀ ਉਹ ਮੈਨੂੰ ਮਿਲ ਗਈ। ਜੇ ਮੈਂ ਦੁਕਾਨ ਤੇ ਗਿਆ, ਉਹ ਐਵਰੀਡੇ ਦਾ ਡਰਾਈ ਮਿਲਕ ਮਿਲੇਗਾ? ਕਹਿੰਦਾ ਨਹੀਂ, ਮੈਨੂੰ ਉਹ ਜ਼ਰੂਰੀ ਚਾਹੀਦਾ। ਮੈਂ ਅਗਲੀ ਦੁਕਾਨ ਤੇ ਗਿਆ, ਮੈਨੂੰ ਮਿਲ ਗਿਆ। ਹਾਂ ਮਿਲ ਗਿਆ ਭਾਈ, ਮਿਲ ਗਿਆ। ਦੇਖਿਆ ਨਾ ਮਨ ਖੁਸ਼ ਹੋ, ਮਿਲ ਗਿਆ ਭਾਈ, ਉਹ ਦੁੱਧ ਮਿਲ ਗਿਆ, ਡਰਾਈ ਮਿਲਕ ਮਿਲ ਗਿਆ, ਖੁਸ਼ ਹੋ ਗਿਆ ਨਾ ਮਨ। ਐਸੇ ਤਰ੍ਹਾਂ ਜੇ ਸੌਦਾ ਹੀ ਨਾ ਮਿਲੇ ਤੈਨੂੰ, ਮੈਂ ਤਾਂ ਤੈਨੂੰ ਕਹਿਣਾ, ਮੈਂ ਤੈਨੂੰ ਹੁਣ ਗੱਲ ਦੱਸਣ ਲੱਗਾ ਭਾਈ ਗੁਰਦਾਸ ਨੇ ਕੀ ਲਿਖਿਆ। ਜਾ ਕੇ ਹਾਟ ਸਕਲ ਸਮਗਰੀ ਪਾਵੇ ਉਹ ਬਿਕਾਵੇ, ਸੋ ਵੇਚਤ ਵਿਸਾਹਤ ਚਾਹਤ ਚਿਤ ਚੈਨ ਕੋ। ਸੋ ਜਿਸ ਦੁਕਾਨਦਾਰ ਦੀ ਹੱਟੀ ਤੇ ਹਰ ਤਰ੍ਹਾਂ ਦੀ ਲੋੜੀਂਦੀ ਵਸਤੂ ਮਿਲਦੀ ਹੋਵੇ ਅਤੇ ਵੇਚੀ ਜਾ ਸਕਦੀ ਹੋਵੇ ਤਾਂ ਉਸ ਦੁਕਾਨ ਤੇ ਹੀ ਗਾਹਕ ਸੌਦਾ ਵੇਚਣਾ ਤੇ ਖਰੀਦਣਾ ਚਾਹੁੰਦਾ ਹੈ। ਇਉਂ ਉਸਦੇ ਮਨ ਨੂੰ ਖੁਸ਼ੀ ਮਿਲਦੀ ਹੈ। ਹਰ ਚੀਜ਼ ਮਿਲ ਜਾਂਦੀ ਹੈ, ਜਿਵੇਂ ਮਾਲ ਅੱਜ ਕੱਲ੍ਹ ਬਣਿਆ, ਹਰ ਚੀਜ਼ ਮਿਲ ਜਾਂਦੀ ਹੈ, ਹਰ ਚੀਜ਼ ਖਰੀਦੀ ਜਾਂਦੀ ਹੈ, ਹਰ ਚੀਜ਼ ਵੇਚੀ ਜਾਂਦੀ ਹੈ। ਸੋ ਆਨ ਦੇਵ ਸੇਵ ਜਾਏ ਸਤਿਗੁਰੂ ਪੂਰੇ ਸ਼ਾਹ, ਆਨ ਦੇਵ ਸੇਵ ਜਾਏ ਸਤਿਗੁਰੂ ਪੂਰੇ ਸ਼ਾਹ, ਸਰ ਮਿਲੇ ਦਾਨ ਜਾ ਕੇ ਲੈਣ ਔਰ ਦੇਣ ਕੋ। ਇਸੇ ਤਰ੍ਹਾਂ ਹੋਰ ਦੇਵਤਿਆਂ ਦਾ ਪੁਜਾਰੀ ਜੇ ਪੂਰੇ ਸਤਿਗੁਰੂ ਨਾਨਕ ਸ਼ਾਹ ਦੀ ਸ਼ਰਣੀ ਆਵੇ ਤਾਂ ਉਸ ਸ਼ਾਹ ਦੇ ਭਗਤੀ ਭੰਡਾਰੇ ਵਿੱਚ ਲੈਣ ਦੇਣ ਦਾ ਸਭ ਤਰ੍ਹਾਂ ਦੇ ਖਜ਼ਾਨੇ ਭਰਪੂਰ ਹਨ। ਲੈਣ ਦੇਣ ਦੇ ਸਭ ਖਜ਼ਾਨੇ ਭਰਪੂਰ ਹਨ। ਪੂਰਾ ਸਤਿਗੁਰੂ ਪੂਰਾ ਸ਼ਾਹ ਹੈ। ਤਰੇ ਪਵਨ ਜਗ ਤਿਸ ਦਾ ਵੰਜਾਰਾ, ਰਤਨ ਪਦਾਰਥ ਬੇਸ਼ੁਮਾਰ, ਭਾਉ ਭਗਤ ਲੱਖ ਭਰੇ ਭੰਡਾਰ। ਦੇਖੋ ਇੱਕ ਗੱਲ ਨੂੰ ਸਮਝੋ ਕਿ ਹੁਣ ਮੈਂ ਤੁਹਾਨੂੰ ਇਹਦੀ ਗੱਲ ਸਮਝਾਉਣਾ। ਉਹ ਗੱਲ ਨੂੰ ਕੋਈ ਹੈ ਨਹੀਂ ਵੀ ਤੁਹਾਡੇ ਕੋਲ ਕੋਈ ਬੰਦਾ ਨਹੀਂ ਜਿਹਨੂੰ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਇੰਦਰ, ਵੈਸ਼ਨੋ ਦੇਵੀ, ਭੈਰੋ, ਨੈਣਾ ਦੇਵੀ, ਸ਼ੇਰਾਂ ਵਾਲੀ ਕਿਸੇ ਦੇ ਦਰਸ਼ਨ ਹੁੰਦੇ ਹੋਣ। ਕੋਈ ਬੰਦਾ ਨਹੀਂ। ਫਿਰ ਤਾਂ ਤੁਸੀਂ ਨਿਕੰਮੇ ਹੋ ਸਾਰੇ। 1 to all you are 0। ਕੁਛ ਵੀ ਨਹੀਂ ਤੁਸੀਂ ਫਿਰ। ਜੇ ਕਿਸੇ ਨੂੰ ਦਰਸ਼ਨ ਹੁੰਦੇ, ਮੈਂ ਹੁਣ ਗੱਲ ਗੁਰੂ ਸਾਹਿਬ ਦੀ ਕਰਨ ਲੱਗਾ, ਜੇ ਕਿਸੇ ਨੂੰ ਦਰਸ਼ਨ ਹੁੰਦੇ, ਕਿਸੇ ਨੂੰ ਯਾਰ, ਕੋਈ ਕ੍ਰਿਸਚਨ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਜਿਹਨੂੰ ਵੀ ਚਲੋ ਭੂਤ ਪ੍ਰੇਤ ਲੈ ਲਓ, ਇਹ ਤਾਂ ਵੱਡੇ ਦਰਸ਼ਨ ਆ। ਸੁਰਤੀ ਲਾਉਣੀ ਪੈਂਦੀ ਅੱਜ ਕੱਲ੍ਹ ਮਾਇਆ ਨਗਰੀ ਵਿੱਚ। ਕੋਈ ਬੰਦਾ ਭੂਤਾਂ ਪ੍ਰੇਤਾਂ ਵਾਲਾ ਜਾਣ ਲਓ, ਕਹਿ ਭੂਤ ਨਾਲ ਗੱਲ ਕਰਾ ਦੇ। ਚਲੋ ਜੇ ਤਾਂ ਦੇਖੋ, ਜੇ ਤਾਂ ਦੇਵੀ ਦੇਵਤਿਆਂ ਨਾਲ 33 ਕਰੋੜ ਦੇਵਤਿਆਂ ਨਾਲ ਗੱਲ ਹੁੰਦੀ ਆ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੋ। ਇਹ ਜਿਹੜੇ ਉਹਨੂੰ ਗੁਰਦੁਆਰੇ ਲੈ ਆਓ, ਤੇਰੀ ਗੱਲ ਹੁੰਦੀ ਆ, ਹਾਂ ਜਾ ਬਿਠਾ, ਬੁਲਾ ਸ਼ਿਵ ਜੀ ਨੂੰ, ਬੁਲਾ ਆਪਣੇ ਪੈਗੰਬਰ ਨੂੰ, ਕੋਈ ਪੀਰ ਪੈਗੰਬਰ ਨੂੰ ਬੁਲਾ ਲਿਆ। ਹਾਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਕੀ ਆ, ਪੁੱਛ ਲਓ। ਮੈਂ ਤੁਹਾਨੂੰ ਯਕੀਨ ਦਿਵਾਉਣ ਲੱਗਾ, ਜੇ ਉਹ ਨਾ ਨੱਕ ਰਗੜੇ ਤੁਹਾਡੇ ਸਾਹਮਣੇ ਇੱਥੇ ਤੇ ਮੇਰਾ ਨਾਂ ਉਟਾ ਦੇਣਾ।
ਉਹ ਕਹੂਗਾ ਭਾਈ। ਤੇ ਫਿਰ ਮੈਂ ਤੁਹਾਨੂੰ ਅੱਗੇ ਗੱਲਾਂ ਕੀਤੀਆਂ, ਕੋਈ ਦੇਵੇ ਦੇਵਤਾ ਤੁਹਾਡੀ ਸੁਰਤੀ ਲਵਾ ਕੇ ਵਾਹਿਗੁਰੂ ਨਾਲ ਮਿਲਾ ਦੇਵੇ। ਦਿਖਾਓ, ਮੈਨੂੰ ਦਿਖਾਓ ਨਾ ਪ੍ਰੈਕਟੀਕਲੀ, ਨਹੀਂ ਤੇ ਮੈਂ ਤੁਹਾਨੂੰ ਦਿਖਾਉਣਾ। ਇੱਕ ਗੱਲ ਤਾਂ ਮੰਨਣੀ ਪਏਗੀ ਨਾ, ਦਿਖਾਓ ਮੈਨੂੰ ਕੋਈ ਦੇਵੀ ਦੇਵਤਾ ਰੱਬ ਨੂੰ ਜਾਣਦਾ ਹੋਵੇ, ਸੱਚਖੰਡ ਤੱਕ ਪਹੁੰਚ ਹੋਵੇ, ਸੁਨ ਸਮਾਧ ਹੁੰਦਾ ਹੋਵੇ, ਦਿਖਾਓ ਪ੍ਰਕਾਸ਼ ਹੁੰਦਾ ਹੋਵੇ, ਦਰਸ਼ਨ ਹੁੰਦੇ ਹੋਣ, ਵਾਹਿਗੁਰੂ ਨਾਲ ਗੱਲ ਹੁੰਦੀ ਹੋਵੇ, ਤਿੰਨਾਂ ਭਵਨਾਂ ਦੀ ਸੋਝੀ ਹੋਵੇ, ਦਿਖਾਓ ਦਿਖਾਓ। ਨਾਲੇ ਫਿਰ ਪੂਰਾ ਭਾਈ ਗੁਰਦਾਸ ਦਾ ਜ਼ੋਰ ਲੱਗਿਆ ਕਿ ਗੁਰੂ ਨਾਨਕ ਵਾਹਿਗੁਰੂ ਹੈ, ਤੇ ਵਾਹਿਗੁਰੂ ਸਿੱਖਾਂ ਦਾ ਹੀ ਆ, ਸਿਰਫ ਸਿੱਖਾਂ ਦਾ ਕਿ ਅਸੂਲਾਂ ਦਾ। ਮੈਂ ਅੱਗੇ ਵੀ ਕਿਹਾ ਨਾਮਦੇਵ ਸਤਾਰੇ ਤੋਂ ਸੀ, ਜੇ ਸਿੱਖਾਂ ਦਾ ਹੁੰਦਾ ਅਸੀਂ ਤਾਂ ਸਿੱਖਾਂ ਨੇ ਬੰਨ ਕੇ ਲੈ ਲਿਆ ਕਿ ਸਾਡਾ ਆ। ਉਹ ਨਾਮਦੇਵ ਸਤਾਰੇ ਰਹਿੰਦਾ ਸੀ, ਪੂਨੇ ਕੋਲ 17, ਬੰਬੇ ਪੂਨਾ 17, ਉੱਥੋਂ ਦੀ ਬਾਣੀ ਲੈ ਲਈ, ਬਨਾਰਸ ਦੀ ਲੈ ਲਈ, ਕਿੱਥੋਂ ਕਿੱਥੋਂ ਤਰਲੋਚਨ, ਸਾਰੇ ਭਗਤਾਂ ਦੀ ਬਾਣੀ ਲੈ ਲਈ। ਗੱਲ ਅਸੂਲਾਂ ਦੀ ਸੀ ਕਿ ਬੰਦੇ ਨਾਲ ਸੀ। ਸਾਨੂੰ ਨਹੀਂ ਸਮਝ ਆਈ ਕਿ ਅਸੀਂ ਤਾਂ ਠੇਕਾ ਲੈ ਲਿਆ ਗੁਰੂ ਦਾ। ਭਾਈ ਗੁਰੂ ਨਾਨਕ ਵਾਹਿਗੁਰੂ ਸਾਰਿਆਂ ਦਾ ਸਾਂਝਾ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਧੁਰਤੀ ਬਾਣੀ, ਜਿਹਨਾਂ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਹੈ। ਭਾਈ ਇਹ ਸਭ ਦੇ ਸਾਂਝੇ। ਤੁਸੀਂ ਮੈਨੂੰ ਇਹਨਾਂ ਤੋਂ ਬਗੈਰ ਸੱਚਖੰਡ ਪਹੁੰਚ ਕੇ ਦਿਖਾ ਦੇ, ਗੱਲ ਸਮਝ। ਸੱਚਖੰਡ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ, ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਤੋਂ ਬਗੈਰ ਸੱਚਖੰਡ ਕਿਵੇਂ ਪਹੁੰਚ ਜਾਏ? ਨਹੀਂ ਨਾ ਸਮਝ ਆਈ, ਨਹੀਂ ਸਮਝਾਓ। ਸਾਰੇ ਧਰਮ ਇੱਕੋ ਜਿਹੇ ਕਿ ਆਪਾਂ ਹਿੰਦੂ ਬਣ ਜਾਂਦੇ, ਮੁਸਲਮਾਨ ਬਣ ਜਾਂਦੇ, ਚੰਗੇ ਹੂਰਾਂ ਮਿਲਣਗੀਆਂ, ਹੂਰਾਂ ਮੁਸਲਮਾਨ ਬਣ ਜਾਂਦੇ। ਗੁਰੂ ਸਾਹਿਬ ਨੇ ਕਦੀ ਕਿਹਾ ਤੈਨੂੰ ਹੂਰਾਂ ਦਿਆਂਗਾ ਮੈਂ? ਜਦ ਤੱਕ ਗੁਰੂ ਸਾਹਿਬ ਨੂੰ ਝੂਠਾ ਕਹਿ ਦੇ ਤੇ ਜਾਂ ਮੰਨ ਲਾ ਸਿੱਧਾ ਚਰਨੀ ਲੱਗ ਜਾ, ਜਦ ਤੱਕ ਕਹਿ ਨਹੀਂ ਗਲਤ ਆ ਤੇ ਜਾਂ ਸਿੱਧਾ ਚਰਨੀ ਲੱਗ ਜਾ। ਆਪਾਂ ਦੋ ਗੱਲਾਂ ਜਾਣਦੇ, ਜਦ ਤੱਕ ਕਹਦੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਠੀਕ ਨਹੀਂ, ਸੱਚੀ ਨਹੀਂ, ਤੇ ਜਾਂ ਚਰਨੀ ਲੱਗ ਜਾ, ਸਿੱਧਾ ਬੰਦੇ ਦਾ ਪੁੱਤ ਬਣ ਜਾ, ਨਹੀਂ ਤੇ ਛੱਡ ਜਾ। ਫਿਰ ਆਉਣਾ ਕਾਹਦੇ ਲਈ, ਮੱਥਾ ਟੇਕਣ ਕਾਹਦੇ ਲਈ ਆਉਣਾ? ਯੂ ਸ਼ੁਡ ਨਾਟ ਕਮ ਐਟ ਆਲ। ਤੇ ਤੂੰ ਮੰਨਦਾ ਹੀ ਨਹੀਂ। ਸੀਸ ਨਵਾਏ ਕਿਹਾ ਥੀ ਜਾਂ ਹ੍ਰਿਦੇ ਕੋ ਸਿੱਧੇ ਜਾਏ। ਸੀਸ ਨਵਾਉਣ ਨਾਲ ਕੀ ਹੋ ਜਾਂਦਾ? ਜਾਂ ਤੇਰਾ ਹਿਰਦਾ ਹੀ ਰਹਿਤ ਨੂੰ ਮੰਨਣ ਨੂੰ ਤਿਆਰ ਨਹੀਂ, ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਕਿਰਿਆ ਛੱਡਣ ਨੂੰ ਤਿਆਰ ਨਹੀਂ। ਤੇ ਸਿਰ ਨਵਾਉਣ ਨਾਲ ਕਿਹੜਾ ਗੁਰੂ ਤੈਨੂੰ ਥਾਪੜਾ ਦੇ ਦੂ? ਕਿਹੜਾ ਗੁਰੂ ਤੇਰੀ ਗੱਲ ਮੰਨੂ? ਮੈਨੂੰ ਗੁਰੂ ਦਿਖਾ ਨਾ, ਕਿਹੜਾ ਗੁਰੂ ਤੇਰੀ ਗੱਲ ਮੰਨੂ? ਸਮਝ ਨਹੀਂ ਆਈ ਸਾਨੂੰ, ਸਿੱਖਾਂ ਨੂੰ ਸਮਝ ਨਹੀਂ ਆਈ। ਬਰਨ ਜੀ ਬਿਹਾਰ ਵਿਖੇ ਰਤਨ ਪਾਰਖ ਹੋਏ ਤੋ ਰਤਨ ਜਨਮ ਕੀ ਪ੍ਰੀਖਿਆ ਨਹੀਂ ਪਾਈ ਹੈ। ਮਨੁੱਖ ਵਣਜ ਵਪਾਰ ਵਿੱਚ ਰਤਨਾ ਤੱਕ ਦਾ ਪਾਰਖੂ ਹੋ ਜਾਂਦਾ ਹੈ, ਪਰ ਰਤਨ ਸਮਾਨ ਅਮੋਲਕ ਮਨੁੱਖਾ ਜਨਮ ਦੀ ਇਸ ਜੱਗ ਵਿੱਚ ਆਉਣ ਦੀ ਮਨੋਰਥ ਦੀ ਪਰਖ ਨਹੀਂ ਕਰ ਸਕਿਆ। ਦੇਖਿਆ, ਅਮੋਲਕ ਮਨੁੱਖਾ ਜਨਮ ਰਤਨਾ ਵਰਗਾ, ਉਹਦੀ ਤਾਂ ਪਰਖ ਨਹੀਂ ਕੀਤੀ ਤੇ ਰਤਨਾ ਦਾ ਪਾਰਖੂ ਹੋ ਗਿਆ। ਰਤਨ ਕਿਹੜੇ ਕੰਮ ਆਉਣੇ? ਰਤਨ ਕੰਮ ਆਉਣੇ ਕਿਤੇ। लेखे चित्र गुप्त के से लिखारी, लेखे चित्र गुप्त से लेखक लिखारी पे, तो जन्म मरण की आशंका ना मिटाई है। तो मनुख पूरा पूरा लेखा करन विच चित्रगुप्त समान लिखण वाला लेखेकार हो सकता है। पूरा ठीक लिखता है, ठीक है, लेखेकार तो हो गया भाई, बड़ा लेखा हिसाब किताब दा बड़ा पूरा है, पर जन्म मरण दे लेखे दी चिंता ही नहीं मिटा सकिया। जन्म मरण दा लेखा नहीं लिख सकिया, लिखना वो लिखा। वीर विद्या महाबली भये हैं धनुख धारी, हमें मारना सहज लिव लाई है। तो मनुख सूरम गति दी विद्या विच तां अति बलवान होके निपुण धनुख धारी हो जाता है। रामचंद्र तीरंदाजी विच बहुत तकड़ा सी, अर्जन रामचंद्र बहुत तकड़े सन, हो जाता है। पर इस पासों अपने अंदरले दुश्मन होमे हंकार नूं गुर शब्द द्वारा वाहिगुरू सिमरन नाल मार के आत्म अडोल अवस्था में सुरत नहीं लाई जा सकती। देखो ना, तीर कमान हो गया, बड़ा तीर अंदाजी, बड़ा बलवान भी है। हम मैनू मार के दिखा दे, काम नू मार के दिखा दे, विकारा नू मार के दिखा दे, तू तो बड़ा बड़ा तीर अंदाजी ते बलवान है, मार के दिखा दे। देखिया किड्डी वधिया गल कही, मार के दिखा, हमें मार के दिखा दे, काम मार के, तीर नाल काम मार के दिखा दे। विकार आशा मनसा तृष्णा ढेर मेर वितकरा शरीका लड़ाई झगड़ा निंदा चुगली मार के दिखा, तीर ना मार सकता। क्या गल उही कहना, सन्यासी चला गया, गृहस्थी जीवन छड़ के सन्यासी बन गया, वो मूर्खा हमें त्यागने दी, तो शरीर ही त्यागता, माया ही त्यागती, परिवार ही त्यागता, वोटी त्यागती, माँ प्यो त्यागते, भैन भरा त्यागते, हमें त्यागनी सी। नहीं समझ आती भाई, नहीं जिन्होंने समझ नहीं आती उन्होंने की करिए।
ਪੂਰਨ ਬ੍ਰਹਮ ਗੁਰਦੇਵ, ਪੂਰਨ ਵਾਹਿਗੁਰੂ ਬਾਬਾ ਨਾਨਕ, ਪੂਰਨ ਵਾਹਿਗੁਰੂ, ਇੱਕ ਵੀ ਘਾਟ ਨਹੀਂ। ਸੇਵ ਕਲੀ ਕਾਲ ਮਾਇਆ ਮੈਂ ਉਦਾਸੀ ਗੁਰੂ ਸਿੱਖਾਂ ਨੇ ਜਤਾਈ ਹੈ। ਸੋ ਮਾਇਆ ਵਿੱਚ ਵਰਤਦਿਆਂ, ਸਰੀਰ ਵਿੱਚ ਰਹਿੰਦਿਆਂ, ਉਸ ਤੋਂ ਨਿਰਲੇਪ ਰਹਿਣ ਵਾਲੇ ਨਾਮ ਰਸੀਏ ਗੁਰਸਿੱਖਾਂ ਨੂੰ ਇਹ ਸੋਝੀ ਹੋ ਆਈ ਹੈ ਕਿ ਕਲਯੁਗ ਦੇ ਭਿਆਨਕ ਸਮੇਂ ਵਿੱਚ ਪੂਰਨ ਵਾਹਿਗੁਰੂ, ਪੂਰਨ ਵਾਹਿਗੁਰੂ ਬਾਬਾ ਨਾਨਕ ਦਾ ਸੇਵਨ ਹੀ ਸਰਵ ਸ੍ਰੇਸ਼ਟ ਹੈ। ਪੂਰਨ ਵਾਹਿਗੁਰੂ ਬਾਬਾ ਨਾਨਕ, ਪੂਰਨ ਬ੍ਰਹਮ ਗੁਰਦੇਵ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਨਹੀਂ ਸਮਝਾਣੀ ਨਾ, ਪਰ ਗੁਰੂ ਨਾਨਕ ਪੂਰਨ ਵਾਹਿਗੁਰੂ ਆ। ਗੁਰੂ ਨਾਨਕ ਪੂਰਨ ਵਾਹਿਗੁਰੂ ਆ। ਜੈਸੇ ਆਨ ਬਿਰਖ ਸਫਲ ਹੋ ਤੋ ਸਮੇਂ ਪਾਏ, ਤੋ ਸਰਬ ਦਾ ਫਲੰਤੇ ਸਦਾ ਫਲ ਸੋ ਸਵਾਦ ਹੈ। ਜਿਸ ਤਰ੍ਹਾਂ ਹੋਰ ਬ੍ਰਿਸ਼ ਦਾ ਸਮੇਂ ਅਨੁਸਾਰ ਰੁੱਤ ਆਉਣ ਤੇ ਫਲ ਵਾਲੇ ਹੁੰਦੇ ਹਨ, ਪਰ ਕਲਪ ਬ੍ਰਿਸ਼ ਸਮਾਨ ਇੱਕ ਅਜਿਹੇ ਰੁੱਖ ਹੁੰਦੇ ਹਨ ਜੋ ਸਦਾ ਹੀ ਹਰ ਰੁੱਤ ਤੇ ਫਲ ਦਿੰਦੇ ਹਨ, ਅਤੇ ਫਲ ਵੀ ਅਤੀ ਸਵਾਦਲਾ ਹੁੰਦਾ ਹੈ। ਕਈ ਐਸੇ ਮਤਲਬ ਫਲ ਹੁੰਦੇ ਹਨ ਜਿਹੜੇ ਸਦਾ ਹੀ ਫਲ ਦਿੰਦੇ ਹਨ, ਤੇ ਫਲ ਵੀ ਅਤੀ ਸਵਾਦਲਾ ਹੁੰਦਾ ਹੈ। ਸਰਬੰਤ ਫਲੰਤੇ ਸਦਾ ਫਲ ਸੋ ਸਵਾਦ ਹੈ। ਜੈਸੇ ਕੂਪ ਜਲ ਨਿਕਸਤ ਹੈ ਜਤਨ ਕੀਏ, ਤੇ ਗੰਗਾ ਜਲ ਮੁਕਤ ਪ੍ਰਵਾਹ ਪ੍ਰਸਾਦ ਹੈ। ਤੇ ਜਿਵੇਂ ਖੂਹ ਦਾ ਜਲ ਤਾਂ ਕਾਫੀ ਯਤਨ ਕੀਤਿਆਂ, ਪੁੱਟਿਆਂ, ਡੂੰਘਾ ਕੀਤਿਆਂ ਹੀ ਨਿਕਲਦਾ ਹੈ, ਪਰ ਗੰਗਾ ਜਲ ਦਾ ਵਹਿਣ ਖੁੱਲਾ ਡੁੱਲਾ, ਖੁੱਲਾ ਡੁੱਲਾ ਔਰ ਚੱਲਦਾ ਹੈ, ਅਰੁਕ ਨਾ ਰੁਕਣ ਵਾਲਾ ਚੱਲਦਾ ਹੈ, ਤੇ ਪ੍ਰਾਪਤ ਜਿੰਨਾ ਮਰਜੀ ਕਰ ਲੋ ਪ੍ਰਾਪਤ ਹੁੰਦਾ ਜਿੰਨਾ ਮਰਜੀ। ਸੋ ਮਿਰਤ ਕਾ ਅਗਨ ਤੁਲ ਤੇਲ ਮਿਲ ਦੀਪ ਦਿਪੈ, ਤੇ ਜਗਮਗ ਜੋਤ ਸਸੀਰ ਬਿਸਮਾਦ ਹੈ। ਸੋ ਜਿਵੇਂ ਮਿੱਟੀ ਦੀ ਦੀਵੜੀ ਅਗਨੀ, ਰੂੰ ਤੇ ਤੇਲ ਮਿਲਣ ਨਾਲ ਦੀਵਾ ਜਗਦਾ ਹੈ, ਰੂੰ ਤੇ ਤੇਲ ਮਿਲਣ ਨਾਲ। ਮਿਰਤਕਾ ਅਗਨ ਤੂਲ ਤੇਲ ਮਿਲ ਦੀਪ ਦਿਪੈ, ਤੇ ਸੀਮਤ ਥਾਂ ਤੇ ਚਾਨਣ ਕਰਦਾ ਥੋੜੇ ਦੇ ਸਮੇਂ ਦੇ, ਪਰ ਚੰਦਰਮਾ ਦੀ ਚਾਨਣੀ ਸਾਰੇ ਸੰਸਾਰ ਵਿੱਚ ਜਗਮਗਾ ਕੇ ਅਸਚਰਜ ਆਨੰਦ ਦਿੰਦੀ ਹੈ, ਠੰਡਕ। ਤੈਸੇ ਆਨ ਦੇਵ ਸੇਵ ਕੀਏ ਫਲ ਦੇਤ ਜੀਤ, ਸਤਿਗੁਰੂ ਦਰਸ਼ਨਾ ਸਾਸਨ ਜਮਾਦ ਹੈ। ਇਸੇ ਤਰ੍ਹਾਂ ਹੋਰ ਦੇਵੀ ਦੇਵਤਿਆਂ ਦੀ ਜਿੰਨੀ ਕੁ ਸੇਵਾ ਕੀਤੀ ਜਾਂਦੀ ਹੈ, ਉਤਨਾ ਕੋਈ ਫਲ ਉਹ ਦਿੰਦਾ ਹੈ, ਪਰ ਸੱਚ ਸਰੂਪ ਗੁਰੂ ਨਾਨਕ ਦੇ ਦਰਸ਼ਨ, ਸੱਚ ਸਰੂਪ ਵਾਹਿਗੁਰੂ ਦੇ ਦਰਸ਼ਨ ਮਾਤਰ ਨਾਲ ਹੋਰ ਸਭ ਫਲਾਂ ਤੋਂ ਇਲਾਵਾ ਜਮ ਆਦਿਕ ਦੀ ਤਾੜਨਾ ਦਾ ਡਰ ਵੀ ਚੁੱਕ ਜਾਂਦਾ ਹੈ। ਕੋਈ ਦੇਵੀ ਦੇਵਤਾ ਤੁਹਾਨੂੰ ਜਮਾਂ ਤੋਂ ਨਹੀਂ ਬਚਾ ਸਕਦਾ। ਲਓ, ਤੇ ਇੱਥੇ ਗੁਰੂ ਨਾਨਕ ਦੀ ਸੇਵਾ ਕਰਨ ਨਾਲ ਜਮਾਂ ਦਾ ਡਰ ਵੀ ਖਤਮ ਹੋ ਜਾਂਦਾ ਹੈ। ਭਾਵ ਗੁਰੂ ਸਤ ਸਰੂਪ ਜਿਹੜਾ ਗੁਰੂ ਹੈ ਨਾ, ਤੇ ਹੋਰ ਦੇਵੀ ਦੇਵਤੇ ਤਾਂ ਮੌਸਮੀ ਬ੍ਰਿਛਾਂ, ਖੂਹ ਦੇ ਪਾਣੀ ਤੇ ਮਿੱਟੀ ਦੇ ਦੀਵੇ ਵਾਂਗ ਚਾਨਣ ਦੇਣ ਵਾਲੇ ਹਨ, ਪਰ ਸਤ ਸਰੂਪ ਗੁਰੂ ਨਾਨਕ ਕਲਪ ਬ੍ਰਿਛ ਵਾਂਗ ਹਰ ਸਮੇਂ ਮਨ ਇੱਛਤ ਫਲ ਦਿੰਦਾ ਹੈ। ਗੰਗਾ ਜਲ ਸਮਾਨ ਇੱਕ ਰਸ ਅੰਮ੍ਰਿਤ ਨਾਮ ਜਲ ਬਖਸ਼ਦਾ ਹੈ। ਚੰਦਰਮਾ ਸਮਾਨ ਠੰਡਾ ਮਿੱਠਾ ਚਾਨਣਾ ਦੇ ਕੇ ਪ੍ਰਾਣੀ ਮਾਤਰ ਨੂੰ ਮੌਤ ਦੇ ਡਰ ਤੋਂ, ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ। ਕੋਈ ਕਰ ਸਕਦਾ? ਅਰੇ ਫਿਰ ਤਾਂ ਈਰਖਾ ਹੋਈ, ਜੇ ਕੋਈ ਕਰ ਸਕਦਾ ਤੇ ਅਸੀਂ ਉਹਦੇ ਤੋਂ ਉਂਗਲ ਕਰਦੇ ਹਾਂ। ਕੋਈ ਦੁਨੀਆ 'ਚ ਇੱਕ ਬੰਦਾ ਦਿਖਾ ਦੇ ਜਿਹੜਾ ਜਨਮ ਮਰਨ ਤੋਂ ਮੁਕਤ ਕਰ ਸਕਦਾ ਹੈ, ਨਰਕਾਂ ਤੋਂ ਬਚਾ ਸਕਦਾ ਹੈ, ਦਿਖਾ ਦੇ ਯਾਰ, ਪ੍ਰੈਕਟੀਕਲ ਦਿਖਾ ਦੇ। ਪੰਚ ਪਰਪੰਚ ਭੈ ਭਈ, पंच परपंच कह भय है महाभारत से, पंच मार कहूँ न दुबदा निवारी है। सो महाभारत ग्रंथ अनुसार पंजा पांडवां वर्गे वल छल करन वाले अनेकां योधे होए। पंजा पांडवां वर्गे वल छल करन वाले अनेकां योधे होए हैं, पर पंचा काम क्रोध आदक नूं मार के किसी ने भी अपने अंदरों द्वैखा दूर नहीं की। लो सुन लो जी, पंच परपंच कह भय हैं महाभारत से। पंच के परपंच, परपंच वल छल करके देख लो, तो किसी ने भी काम क्रोध नूं मार के, बड़े योधिया ने भी अंदरों द्वैख नहीं दूर किया। द्वैख सी ते भरावां दी लड़ाई हुई, सके भरा सन, दादा एक ही सी, प्यो ही दो सन, दादा तो एक ही सी, प्यो दो सन, पर दादा एक सी। देख लो, ताए चाचे दे मुंडे ही सन दुर्योधन हुणी,
ਪਾਂਡਵ ਤੇ ਕੌਰਵ ਤਾਏ ਚਾਚੇ ਦੇ ਮੁੰਡੇ ਹੀ ਸਨ। ਤੇ ਜੇ ਦੁਬਦਾ ਐਡੇ ਬਲਵਾਨ ਯੋਧੇ ਸਨ ਤੇ ਦੁਬਦਾ ਮਾਰ ਲੈਂਦੇ, ਈਰਖਾ ਮਾਰ ਲੈਂਦੇ, ਉਹ ਨਹੀਂ ਮਾਰੀ, ਲੜਾਈ ਕਰ ਲਈ, 7 ਖੂਹੀਆਂ ਫੌਜ ਮਰਵਾਤੀ। ਗ੍ਰਹਿ ਤਜ ਨਵ ਨਾਥ ਸਿੱਧ ਜੋਗੀਸ਼ਰ ਹੋਏ ਨਾ, ਤ੍ਰੈ ਗੁਣ ਅਤੀਤ ਨਿਜ ਆਸਨ ਮਤਾਰੀ ਹੈ। ਗ੍ਰਹਿ ਤਜ ਘਰ ਤੇ ਗ੍ਰਸਤ ਤਿਆਗਣ ਤੇ 9 ਨਾਥ ਸਿੱਧ ਤੇ ਜੋਗੀ ਰਾਜ ਤਾਂ ਬਥੇਰੇ ਬਣ ਗਏ। ਦੇਖਿਆ ਜੇ ਉਹ ਘਰ ਨੂੰ ਛੱਡ ਕੇ 9 ਨਾਥ ਸਿੱਧ ਤੇ ਜੋਗੀ ਰਾਜ ਤਾਂ ਬਥੇਰੇ ਬਣ ਗਏ, ਪਰ ਤ੍ਰੇ ਗੁਣੀ ਮਾਇਆ ਤੋਂ ਨਿਰਲੇਪ ਰਹਿ ਕੇ ਕਿਸੇ ਨੇ ਵੀ ਆਤਮਕ ਅਵਸਥਾ ਵਿੱਚ ਤਾੜੀ ਨਹੀਂ ਲਾਈ, ਸੁਰਤੀ ਨਹੀਂ ਜੋੜੀ। ਆਸਨ ਮੈਂ ਤਾਰੀ वेद पाठ पढ़ पढ़ पंडित प्रबोधे जग सके ना सुमोद मन तृष्णा न हारी है। देखिए जी विद्वान पंडित वेदां दे पाठ तो पढ़ पढ़ के संसार नूं भी ज्ञान दिंदा है, पर वो अपने मन नूं ना समझा सकिया ਅਤੇ ना ही उस मन की तृष्णा मुक्की। अपना मन समझाया ने लोग अजकल साडे भाई साडे प्रचारक अपने मन नूं तां समझाया ने, प्रथमे मन प्रबुद्ध है अपना पाछे अपने जावे। पहला अपने तो मन नूं समझा ला, लोकां नूं समझाउण तुर पिया। तो पूर्ण ब्रह्म गुरुदेव सेव साधु संग शब्द सुरत लिव ब्रह्म विचारी है। पूर्ण ब्रह्म जिस गुरु दे अनन सेवकां ने साध संगत विच गुरुद्वारे विच मिल के पूर्ण ब्रह्म गुरु नानक दी सेवा पूर्ण वाहिगुरू वाहिगुरू सिमरन विच लिव लाई है। वाहिगुरू सिमरन विच लिव लाई, संगत विच गुरुद्वारे जाके वाहिगुरू सिमरन विच लिव लाई है। सही अर्थां विच ओही पूर्ण तौर ते ब्रह्म दा विचारवान है। आपां कदी गुरुद्वारे जाके सुरती लाई, वाहिगुरू कदी सुरती लाई, गुरु नानक नूं वाहिगुरू किया, कदी वाहिगुरू वाहिगुरू कीता, गाने गाई जाने हो। पूर्ण ब्रह्म सम देख समदर्शी होए, अकथ कथा विचार हार मून धारी है। सतगुरु दा आग्याकारी गुरसिख परिपूर्ण ब्रह्म नूं सब थाई ते सब जीवां विच व्यापक वेख के समदृष्टि वाला हो जाता। उन्होंने सारे पासे वाहिगुरू नजर आउंदा है, सब जीवां विच वाहिगुरू नजर आउंदा है, हर बंदे विच कीड़ी हाथी विच वाहिगुरू नजर आउंदा है। अते अकथ वाहिगुरू दी कहन कथा तो बाहरी लीला भी विचार विच पैन दी थां निज स्वरूप विच ताड़ी ला के मस्त रहिंदा है, मस्त रहिंदा है। देखिया जे होनहार होए तां ते आशा ते निराश पए, ते कारण करन प्रभु जान होमे मारी है। जो कुछ वरत रहा है होनहार होए तां ते आशा ते निराश पए, ते हर तरह की प्राप्ति दी जो भी जगत च वरत रहा है वो सब कुछ प्रभु की रजा विच ही हो रहा। इसे करके ये जान के कि आग्याकारी गुरसिख हर तरह की प्राप्ति की इच्छा तो निर्लेप रहिंदा है, जो हो रहा ठीक हो रहा। अते सब कुछ करन कराउण वाले प्रभु नूं जान के वो अपनी होमे हंगता इस गुर फरमान अनुसार गवा लैंदा है। मैं नहीं प्रभु सब कुछ तेरा गवा लैंदा। सूक्ष्म स्थूल ओंकार के आकार होए, ब्रह्म विवेक बुद्ध भय ब्रह्मचारी है। तो दसम कथन अनुसार ओंकार ते सृष्ट उपारा दी रमज अनुसार ओ ओंकार तो ही गुरु नानक पातशाह दे दसे अनुसार सूक्ष्म स्थूल ओंकार के आकार होए। गुरु नानक पातशाह दे कथन अनुसार है ओंकार ते सृष्ट उपारा दी रमज अनुसार ओ ओंकार तो ही सारे छोटे वड्डे आकार होए जानदा होया ब्रह्म विज्ञान वाली मत दा धारनी हो के ब्रह्म दे आचार वाला हो जाता। भाव हर समय ना ब्रह्म परायण होके विचरदा है। सूक्ष्म अथूल ओंकार के आकार होए, सूक्ष्म तो है सारा दिसदा आकार बने है। तो ब्रह्म विवेक बुद्ध भय ब्रह्मचारी है। ब्रह्म विवेक बुद्ध ते ब्रह्म दी अकल गुरबाणी, ब्रह्म जिथे विवेक बुद्ध आऊगी ना उथे गुरबाणी, तो गुरबाणी नूं समझ के उहदी भी बुद्धि विचार वाली हो जाती है, विचार वाली हो जाती है। ब्रह्मचारी ब्रह्मचारी ब्रह्म दे आचार वाला
ब्रह्म दे वर्गे जीवन वाला ब्रह्मचारी। तो बट बीज को विस्तार ब्रह्म के माया छाया, गुरमुख एक टेक दुबदा निवारी है। जिवें मूल बीज तो ही बोड़ बृक्ष का खिलारा होंदा है, तिवें मूल पार ब्रह्म का परछावां ही माया रूप हो के सारे पासे पसर रहा। गुरु का आग्याकारी गुरसिख जन इसे एक आसरे अधीन अपने अंदरों दुचित्ती दूर कर लेंदा है। भाव वो सब कुछ पार ब्रह्म का पसारा समझदा है ਅਤੇ ਉਸ ਦੇ ਅੰਦਰ ਕਿਸੇ ਦੇਵੀ ਦੇਵਤੇ ਲਈ ਭਟਕਣਾ ਪੈਂਦੀ ਨਹੀਂ, ਭਟਕਣਾ ਪੈਂਦੀ ਨਹੀਂ। जैसे तो सकल द्रम अपनी अपनी भांत चंदन चंदन करे सर्वत माल को, जिवें कि सारे बृक्ष आपो अपनी रीति अनुसार वसदे फुलदे हैं, वधदे फुलदे हैं, ठीक है। वो किसी दूजे बृक्ष ते अपना प्रभाव नहीं पा सकते, पर चंदन का रुख तो कमाल आदि सब बृक्षां ते अपनी जही सुगंधी वाला कर दिंदा है। देखिया जी, एक एग्जाम्पल देखो, सारे रुख उगदे, कोई अपनी प्रभाव दूसरे तक ते नहीं पाउंदा, पर चंदन सारियां नूं सुगंधी वाला कर दिंदा है। तांबा ही ते सह होत जैसे कंचन कलंक डारे, तो परस परस तात सुकलू जाल को। कहता जिवें एक खास रसायन पाउण नाल तो केवल तांबे ही सोना रूप हो सकता है, पर परस नूं छोड़ना सारियां धातां ही सोना रूप तो प्रकाश दिंदियां, सारा ही सोहना चमकण वालियां हो जांदियां। सकल अजाल को सारी सोहणियां हो जांदियां। तो सरता अनेक जैसी बबिध प्रवाहगत सुर सिर दी संगम सम जल सो ढाल को। कहते जिवें अनेकां नदियां दे वहण दी चाल कई तरह नाल वख-वख हुंदी है, पर उन्हां दा जल गंगा दे जल नाल मिल के गंगा जल वांग एक समान सडौल सुंदर चाल वाला हो जाता है। तैसे ही सकल देव टेव सह तरत नहीं, सतगुरु स्वर्ण स्वर्ण अकाल को। इसे तरह सारे देवी देवते आपो अपने सुभाव के अगे पिछे नहीं होंगे, उस बिरती अनुसार ही वो किसी को कुछ दे सकते हैं। पर चंदन पारस गंगा वांग सतगुरु नानक सब ने आसरियां नूं अपनी शरण विच लैके वाहिगुरु मंत्र अमृत छका के वाहिगुरु मंत्र दे के उन्होंने अकाल पुरख नाल मेल दिंदा। हैगी ताकत किसी को, हैगी ताकत किसी को अकाल पुरख नाल मेलण दी, किसी को ताकत हैगी आ? नहीं, हुण बोलदा नहीं, कोई नहीं बोलदा। गिरगिट के रंग कमल समेह बो से बन बन डोले कौआ कहाँ को सुभान है। कहता कई रंग वटाण वाला गिरगिट किरला जिया किरला, तो कमल फुल दी नुहार वांग बात मिलदा जुलदा हुंदा है। तो कीड़े मकौड़े खाण वाला गिरगिट कमल दे उत्तम गुणा वाला नहीं हो सकता। ਅਤੇ जंगल जंगल उड़दा फिरदा घूमदा फिरदा मुरदार खाण वाला। ਕਾਂ कित्थों हीरे मोती चुगण दे सुंदर चाल वाले हंस दी चाल नूं पुज सकदा है, भाव वो हंस दी बराबरी नहीं कर सकदा। बन बन डोले कौआ कहाँ तो सुभान है। तो घर घर फिरत मंजार आहार पावे, तो बेसवा बिशनी अनेक सती ना समान है। जिवें घर घर खुड खुड विच बिल्ला अपना आहार पाउंदा है, मंजार आहार पावे। बिल्ला अपना आहार पाउंदा है, तो बिल्ले वांग अनेकां विकारां विच लंपट वेशवा सत धारण करन वाली सती स्त्री समान नहीं हो सकती। वो भी तो घर घर ही जाती है, बेशवा भी तो घर कर ही जाती है। तो सार सार भरमत ना मिलत मराल माल, तो छपना छपना तो भटकन नाल मान सरोवर दे रहन वाले हंसां दी डार नहीं मिल सकती। देखिया जी, सार सार भरमत ना मिलत मराल माल, जीव घात करन ना मोनी बग ध्यान है। भाव छपना ते हंस नहीं हो सकते, अते जीव घात करन वाला मोनहारी बगड़ा चुप पगला ध्यानी नहीं हो सकता।
ਉਹ ਤਾਂ ਅੱਖ ਮੀਟ ਕੇ ਨਾ ਏਦਾਂ ਚੁੱਪ ਕਰਕੇ ਸਮਾਧੀ ਲਾ ਲੈਂਦਾ ਜਿਵੇਂ ਮੈਂ ਬੜਾ ਭਗਤ ਹਾਂ। ਡੱਡੂ ਆਇਆ ਖਾ ਲਿਆ, ਮੱਛੀ ਆਈ ਖਾ ਲਈ, ਉਹ ਧਿਆਨੀ ਕਿੱਦਾਂ ਹੋ ਸਕਦਾ? ਮੋਨੀ ਬੱਗ ਧਿਆਨ ਹੈ, ਇਹ ਤਾਂ ਮੋਨੀ ਬੱਗ ਵਰਗਾ। ਸੋ ਬਿਨ ਗੁਰ ਦੇ ਸੇਵ ਆਨ ਦੇਵ ਸੇਵਕ ਹੋਏ। ਦੇਖਾ ਕਿੰਨਾ ਕੁਛ ਲਿਖਿਆ ਇੱਕ ਗੁਰੂ ਨਾਨਕ ਨੂੰ ਛੱਡ ਕੇ। ਬਿਨ ਗੁਰੂ ਦੇਵ ਸੇਵ ਆਨ ਦੇਵ ਸੇਵਕ ਹੋਏ ਤੋ ਮਾਖੀ ਤੇ ਆਗ ਚੰਦਨ ਦੁਰਗੰਧ ਸਥਾਨ। ਵਾਹਿਗੁਰੂ ਵਾਹਿਗੁਰੂ। ਇਸੇ ਤਰ੍ਹਾਂ ਪੂਰੇ ਗੁਰੂ ਨਾਨਕ ਦੀ ਸੇਵਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ, ਗੁਰਦੁਆਰੇ ਦੀ ਸੇਵਾ ਬਿਨਾਂ ਜੇ ਕੋਈ ਹੋਰ ਦੇਵੀ ਦੇਵਤੇ ਸੇਵ ਹੋ ਜਾਏ, ਦੇਹਧਾਰੀ ਨੂੰ ਮੰਨਣ ਲੱਗ ਪਵੇ, ਜੇ ਦੇਵੀ ਦਾ ਉਪਾਸ਼ਕ ਹੋਵੇ ਤੇ ਉਹ ਇਉਂ ਹੈ ਜਿਵੇਂ ਮੱਖੀ ਚੰਦਨ ਦੀ ਸੁਗੰਧੀ ਤਿਆਗ ਕੇ ਬਦਬੂ ਵਾਲੇ ਥਾਂ ਗੂੰ ਤੇ ਜਾ ਕੇ ਬੈਠਦੀ ਹੈ। ਦੇਖਿਆ ਜੀ ਚੰਦਨ, ਦੇਖਿਆ ਜੇ ਦੇਹਧਾਰੀ ਗੁਰੂ ਨੂੰ ਮੰਨਣ ਵਾਲਿਆ ਚੰਦਨ ਨੂੰ ਛੱਡ ਕੇ ਗੂੰ ਤੇ ਬੈਠ ਗਏ, ਚੰਦਨ ਨੂੰ ਛੱਡ ਕੇ ਗੂੰ ਤੇ ਬੈਠ ਗਏ। ਨਹੀਂ ਸਮਝ ਆਉਂਦੀ ਸਾਨੂੰ। ਗ੍ਰਹਿਤੀਆ ਬੰਦਾ ਜਾਂਦਾ ਪਰ ਅਸੀਂ ਵੀ ਸਮਝਾਇਆ ਨਹੀਂ ਨਾ। ਗੁਰਦੁਆਰੇ ਕਿਹੜੀ ਸਮਝ ਆ, ਅਸੀਂ ਵੀ ਸਮਝਾਇਆ ਨਹੀਂ, ਸਮਝਾਉਣਾ ਸੀ ਨਾ। ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੂਲ, ਦੇਤ ਕੈ ਚੜਾਏ ਡੈਕਤ ਜੋਈ ਆਵੇ ਜੀ। ਦੇਖੋ ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੂਲ। ਆਨ ਹਟ ਕੇ ਕਿਸੇ ਹੋਰ ਹੱਟੀ ਦੇ ਵਪਾਰੀ, ਹਟੂਆ ਛਲੀਆ ਦੁਕਾਨਦਾਰ, तो छलिए दुकानदार पास किसी होर दुकान का कोई व्यापारी आंदा है तो छल फरेब करके उसकी वस्तु का मुल घटा के लेंदा है अते अपनी वस्तु मुल वधा के देंदा है। ਉਹਦਾ ਮੁੱਲ ਘਟਾ के छल वाल करके ਉਹਦੀ वस्तु का मुल घटा के ते अपना वधा के ते तिस सह बनज कीए बिड़ता न पावे को टोटा को बनंज पेख पेख पछतावे जी। तो अजिहे कपटी दुकानदारां नाल वटांदरा करके कोई लाभ नहीं प्राप्त कर सकता। हरेक व्यापारी घाटे वाला सौदा वेख वेख के पछतांदा है। काल काठ की हांडी जैसे चढ़े एक के बार को तो कपट बुहार किए आपे लिखावे जी। सो जिवें लकड़ दी तौड़ी चुल्हे ते एक बारी चढ़ सकती है, सड़ जाती है उसे वेले। तो इस तरह जेड़ा कोई धोखे का व्यापार करता है वो फल छल फरेब वाला व्यापार आप ही अपना आप जना देंदा है। सतगुरु शाह गुण बेच अवगन लेत सुन सुन सुजा सुजगत उठ धावे जी। मेरा गुरु नानक पातशाह शाह दुनिया का शाह है, दुनिया का शाह। तो भाई दुनिया का शाह है, सानू नहीं समझानी, सानू नहीं समझानी। तो ठग व्यापारियों के ठगी मारन वाले व्यापार तो उल्ट मेरा गुरु नानक पातशाह, पूरा गुरु नानक पातशाह सच वखरदा सच्चा शाह, वो वंज करन आए सिखां पास नाम रूप उत्तम गुण वेचदा है अते उन्हां दे बदले उन्हां दे जन्म मरण दे कीते अवगन ले लैंदा है, कीते अवगन ले लैंदा। भाव गुरु सिख सतगुरु सिखां दे पाप मेट के उन्होंने अमोलक नाम पदारथ दिंदा है। भाई गुरदास जी ने वारां विच भी इह सिद्धांत इवें दर्शाया। सौदा इकत घट है शाह सतगुरु पूरा, अवगन लै गुण विकने बचने दा सूरा। सतगुरु जी मेरा गुरु नानक जी की अजिही शोभा सुन के संसार भर की लुकाई पदारथ प्राप्त करने लई उन्हां पास दौड़ जाती है। चलो एक गल होर हुण इत्थे लै लो, की तुसीं देहधारी गुरु कोल जांदे हो? हाँ, हुण तुहानूं कोई विकार तंग नहीं करता। चलो इत्थों ही ले लो। हुण तुसीं कहोगे कि सिखां नूं विकार तंग नहीं करते? करते आ, मैं कदों कहना नहीं करते, पर सिख जे पूर्ण नहीं ना होए। मेरा गुरु तो पूरा है, सिख नहीं ना पूरा। सिख तो मांस वर्गा है। सिखां दी गल ना कर, गुरु की गल कर। आया तेरे विकार सारे दूर हो गए? जे तेरे विकार दूर हो गए तो असीं तेरे मनण नूं तैयार। मैं गल इत्थे कर, गल इत्थे कर। पूर्ण ब्रह्म संसार द्वितीया ना सत प्रतमा अनेक होए कैसे बने आवे। कहता जब पूर्ण ब्रह्म सबना विच एक समान परिपूर्ण है, ठीक है जी, सारियां विच एक समान वाहिगुरू है। 700 करोड़ विच
ਤੇ ਹੋਰ ਕੋਈ ਉਸ ਵਰਗਾ ਨਹੀਂ ਹੈ। ਤਾਂ ਫਿਰ ਦੇਵਤਿਆਂ ਦੇ ਮੰਦਿਰਾਂ ਵਿੱਚ ਤੇ ਉਸ ਦੀਆਂ ਵੱਖ-ਵੱਖ ਰੂਪਾਂ ਵਿੱਚ ਅਨੇਕਾਂ ਮੂਰਤੀਆਂ ਕਿਵੇਂ ਹੋ ਸਕਦੀਆਂ? ਸਮਝ ਲਿਆ ਗੱਲ? ਉਹ ਸਮਝਿਆ? ਉਹ ਸਮਝਿਆ ਕਿ ਨਹੀਂ ਹੈ? ਕ੍ਰਿਸ਼ਨ ਭਗਵਾਨ ਹੈ, ਰਾਮ ਭਗਵਾਨ ਹੈ, ਨਾਲੇ ਕਹਿੰਦੇ ਗੋਡ ਇਜ਼ ਓਨਲੀ ਵਨ, ਨਾਲੇ ਕਹਿੰਦੇ ਗੋਡ ਇਜ਼ ਓਨਲੀ ਵਨ। ਜੇ ਰੱਬ ਇੱਕ ਹੈ ਸੋ ਦੇਵਤਿਆਂ ਦੇ ਮੰਦਿਰਾਂ ਵਿੱਚ ਉਸ ਦੀਆਂ ਵੱਖ-ਵੱਖ ਰੂਪਾਂ ਵਿੱਚ ਅਨੇਕਾਂ ਮੂਰਤੀਆਂ ਕਿਵੇਂ ਰੱਬ ਹੋ ਸਕਦੀਆਂ? ਤੂੰ ਰੱਬ ਕਰਕੇ ਮੱਥਾ ਟੇਕੀ ਜਾਂਦਾ ਪੀਓਪੀ ਦੀ ਬਣਾਈ ਜਨਾਨੀ ਸੋਹਣੀ ਨੂੰ। ਘੱਟ ਘੱਟ ਪੂਰਨ ਬ੍ਰਹਮ ਦੇਖੇ ਸੁਣੇ ਬੋਲੇ, ਪ੍ਰੀਤਮਾ ਮੈਂ ਕਾਹੇ ਨਾ ਪ੍ਰਗਟ ਹੋਏ ਦਿਖਾਵੇ ਪ੍ਰੀਤਮਾ। ਜਦੋਂ ਹਰੇਕ ਸਰੀਰ ਵਿੱਚ ਪਰਿਪੂਰਨ ਪੂਰਨ ਬ੍ਰਹਮ ਹੋ ਕੇ ਆਪ ਹੀ ਵੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਤਾਂ ਫਿਰ ਉਹ ਦੇਵ ਮੰਦਰਾਂ ਦੀਆਂ ਮੂਰਤੀਆਂ ਵਿੱਚ ਪ੍ਰਗਟ ਹੋ ਕੇ ਵੇਖਦਾ, ਸੁਣਦਾ ਤੇ ਬੋਲਦਾ ਕਿਉਂ ਨਹੀਂ ਦਿਖਾਈ ਦਿੰਦਾ? ਕਿਆ ਵਧੀਆ ਗੱਲ ਕਹੀ ਹੈ। ਤੁਹਾਡੇ ਵਿੱਚ ਵਾਹਿਗੁਰੂ ਤੁਸੀਂ ਸੁਣਦੇ, ਬੋਲਦੇ, ਦੇਖਦੇ ਹੋ ਨਾ? ਹਾਂ ਦੇਖਦੇ ਹਾਂ। ਸਾਰਾ ਜੀਵ ਦੇਖਦੇ? ਹਾਂ ਦੇਖਦੇ ਆ। ਫਿਰ ਉਹ ਮੂਰਤੀਆਂ ਕਿਉਂ ਨਹੀਂ ਦੇਖਦੀਆਂ, ਬੋਲਦੀਆਂ, ਸੁਣਦੀਆਂ? ਉਹਦੇ ਵਿੱਚ ਫਿਰ ਵਾਹਿਗੁਰੂ ਕਿੱਥੋਂ ਆ ਗਿਆ? ਮੂਰਖਾ, ਤੈਨੂੰ ਅਕਲ ਆ ਸਕਦੀ ਹੈ ਕਿ ਨਹੀਂ ਆ ਸਕਦੀ? ਨਹੀਂ। ਘਰ ਘਰ ਘਰਨ ਅਨੇਕ ਏਕ ਰੁੱਤ ਰੁੱਤੇ ਹੁੱਤੇ, ਤਾਂ ਪ੍ਰੀਤਮਾ ਸਕਲ ਦੇਵ ਸੁਥਲ ਹੋਏ ਨਾ ਸੁਹਾਵੇ। ਸੋ ਘਰ ਘਰ ਵਿੱਚ ਇੱਕੋ ਰੂਪ ਦੇ ਅਨੇਕਾਂ ਘੜੇ ਹੋਏ ਭਾਂਡੇ ਇੱਕੋ ਮਿੱਟੀ ਤੋਂ ਹੁੰਦੇ ਹਨ। ਹਾਂਜੀ, ਸਾਰੇ ਭਾਂਡੇ ਇੱਕੇ ਮਿੱਟੀ ਤੋਂ ਹੁੰਦੇ ਹਨ, ਵੱਖਰੇ ਵੱਖਰੇ ਹੁੰਦੇ ਹਨ। ਸਭ ਭਾਂਡਿਆਂ ਵਿੱਚ ਸਮਾਈ ਇੱਕੋ ਮਿੱਟੀ ਵਾਂਗ ਪਾਰ ਬ੍ਰਹਮ ਦੀ ਜੋਤੀ ਸਭ ਸਰੀਰਾਂ ਵਿੱਚ ਸਮਾਈ ਹੋਈ ਹੈ। ਹਾਂਜੀ, ਸਮਾਈ ਹੋਈ ਹੈ, ਪਰ ਜੋਤੀ ਦੇਵ ਸਥਾਨਾਂ ਵਿੱਚ ਸਥਾਪਿਤ ਕੀਤੇ ਦੇਵਤਿਆਂ ਦੀਆਂ ਸਾਰੀਆਂ ਵੱਖ-ਵੱਖ ਮੂਰਤੀਆਂ ਵਿੱਚ ਕਿਉਂ ਨਹੀਂ ਸ਼ੋਭਾ ਪਾਉਂਦੀ? ਸਤਿਗੁਰ ਪੂਰਨ ਬ੍ਰਹਮ ਸਾਵਧਾਨ ਸੋਈ ਏਕ ਜੋਤ ਮੂਰਤ ਜੁਗਲ ਹੋਏ ਪੁਜਾਵੀ, ਜੁਗਲ ਹੋਏ ਪੁਜਾਵੀ। ਦੇਖਿਆ ਜੀ? ਉਹ ਸਮਝ ਆਉਂਦੀ ਕਿ ਨਹੀਂ ਆਉਂਦੀ? ਨਹੀਂ ਆਉਂਦੀ। ਨਹੀਂ, ਸਾਨੂੰ ਸਮਝ ਨਹੀਂ ਆ ਰਹੀ, ਸਾਨੂੰ ਸਮਝ ਆਉਣੀ ਵੀ ਨਹੀਂ, ਆਉਣੀ ਵੀ ਨਹੀਂ। ਹਾਂਜੀ, ਪੂਰਨ ਬ੍ਰਹਮ, ਪੂਰਨ ਬ੍ਰਹਮ ਪ੍ਰਗਟ ਤੌਰ ਤੇ ਗੁਰੂ ਨਾਨਕ ਦਾ ਸਰੂਪ ਹੈ। ਜੋਤੀ ਇੱਕੋ ਹੀ ਹੈ, ਨਿਰਗੁਣ ਤੇ ਸਰਗੁਣ ਦੋ ਸਰੂਪ ਹਨ, ਅਤੇ ਉਹ ਜੋਤੀ ਸਰੂਪ ਸਤਿਗੁਰੂ ਨਾਨਕ ਹੋ ਕੇ ਆਪਣੇ ਆਪ ਨੂੰ ਪੁਜਾਰਿਆ। ਸਤਿਗੁਰੂ ਪੂਰਨ ਬ੍ਰਹਮ ਸਾਵਧਾਨ ਸੋਈ, ਸਤਿਗੁਰੂ ਪੂਰਨ ਬ੍ਰਹਮ ਸਾਵਧਾਨ ਸੋਈ, ਚੇਤਨ ਸਹਿਤ ਪ੍ਰਗਟ ਸਾਖਸ਼ਾਤ ਮੂਰਤ ਜੁਗਲ। ਦੋ ਮੂਰਤੀਆਂ, ਦੋ ਮੂਰਤੀਆਂ, ਨਿਰਗੁਣ ਤੇ ਸਰਗੁਣ, ਜੋਤ ਇੱਕੋ ਹੀ ਹੈ। ਸਤਿਗੁਰੂ ਦਾ ਸਰੂਪ ਪਾਰ ਬ੍ਰਹਮ ਪ੍ਰਗਟ ਤੌਰ ਤੇ ਗੁਰੂ ਨਾਨਕ ਦਾ ਹੀ ਸਰੂਪ ਹੈ। ਪਾਰ ਬ੍ਰਹਮ ਵਾਹਿਗੁਰੂ ਪ੍ਰਗਟ ਤੌਰ ਤੇ ਗੁਰੂ ਨਾਨਕ ਦਾ ਹੀ ਸਰੂਪ ਹੈ। ਜੋਤੀ ਇੱਕੋ ਹੈ, ਨਿਰਗੁਣ ਤੇ ਸਰਗੁਣ ਸਰੂਪ ਹੈ, ਦਿਸਦਾ ਤੇ ਨਾ ਦਿਸਦਾ। ਉਹ ਜੋਤੀ ਸਰੂਪ ਸਤਿਗੁਰੂ ਨਾਨਕ ਹੋ ਕੇ ਆਪਣੇ ਆਪ ਨੂੰ ਪੁਜਾਰਿਆ ਹੈ। ਉਹ ਸਮਝ ਆਈ? ਉਹ ਵਾਹਿਗੁਰੂ ਸਮਝ ਆਈ ਕਿ ਨਹੀਂ ਆਈ? ਨਹੀਂ ਆਈ, ਨਹੀਂ ਆਉਂਦੀ। ਮਾਨਸਰ ਤਿਆਗ ਆਨ ਸਰ ਜਾਏ ਬੈਠੇ ਹੰਸ, ਖਾਏ ਜਲ ਜੰਤ ਹੰਸ ਬੰਸ ਲਜਾਵੀ। ਤੇ ਜੇ ਮਾਨਸਰ ਜੇਕਰ ਹੰਸ ਮਾਨ ਸਰੋਵਰ ਛੱਡ ਕੇ ਕਿਸੇ ਹੋਰ ਤਲਾਬ ਤੇ ਹੰਸ ਜਾਂ ਸਰੋਵਰ ਤੇ ਜਾ ਬੈਠੇ ਤੇ ਬਗਲੇ ਵਾਂਗ ਉਹ ਜਲ ਦੇ ਜੰਤੂਆਂ ਨੂੰ ਡੱਡੂ ਮੱਛੀ ਖਾਣ ਲੱਗ ਪਵੇ, ਤਾਂ ਹੰਸਾਂ ਦੀ ਕੁੱਲ ਨੂੰ ਲਾਜ ਲਾਏਗਾ। ਲਾਜ ਲੱਗਦੀ ਆ, ਹੰਸਾਂ ਦੀ ਕੁੱਲ ਨੂੰ ਲਾਜ ਲੱਗਦੀ ਆ। ਸਲਲ ਬਛੋ ਭਏ ਜੀਅੰਤ ਜੋ ਕਹੇ ਮੀਨ ਰਹੇ ਮੀਨ, ਕਪਟ ਸਨੇਹ ਕੈ ਸਨੇਹੀ ਨਾ ਕਹਾਵਈ। ਸੋ ਜੇਕਰ ਮੱਛੀ ਪਾਣੀ ਤੋਂ ਵਿਛੜ ਕੇ ਵੀ ਜੀਂਦੀ ਰਹਿ ਜਾਏ ਤਾਂ ਉਸ ਦੇ ਪ੍ਰੇਮ ਨੂੰ ਪਖੰਡ ਜਾਣ ਕੇ ਉਸ ਨੂੰ ਪਾਣੀ ਦੀ ਪ੍ਰੇਮਨ ਨਹੀਂ ਕਿਹਾ ਜਾ ਸਕਦਾ, ਨਹੀਂ। ਸੋ ਬਿਨ ਘਨ ਬੂੰਦ ਜੋ ਅਨਤ ਜਲ ਪਾਨ ਕਰੇ, ਚਾਤਰਕ ਸੰਤਾਨ ਵਿਖੇ ਲਾਛਨ ਲਗਾਵੇ। ਤੇ ਜੇਕਰ ਪਪੀਹਾ ਵਰਖਾ ਦੀ ਸਵਾਤੀ ਬੂੰਦ ਤੋਂ ਬਿਨਾਂ ਕੋਈ ਹੋਰ ਜਲ ਪਾਨ ਕਰਨ ਲੱਗ ਪਵੇ ਤਾਂ ਆਪਣੇ ਟੱਬਰ ਨੂੰ ਕਲੰਕਿਤ ਕਰੇਗਾ। ਤੋ ਚਰਨ ਕਮਲ ਅਲ ਗੁਰ ਸਿੱਖ ਮੋਖ ਹੋਏ, ਆਨ ਦੇਵ ਸੇਵਕ ਹੋਏ ਮੁਕਤ ਨਾ ਪਾਵੇ। ਇਸੇ ਤਰ੍ਹਾਂ ਸਤਿਗੁਰੂ ਦਾ ਅਨਨ ਸੇਵਕ ਸਤਿਗੁਰੂ ਗੁਰੂ ਨਾਨਕ ਦੇ ਚਰਨ ਕਮਲਾਂ ਦਾ ਭੌਰਾ ਹੋ ਕੇ ਸਤਿਗੁਰੂ ਦੇ ਉਪਦੇਸ਼ ਨੂੰ ਕਮਾ ਕੇ ਮੋਖ ਪਦ ਪਾਉਂਦਾ ਹੈ, ਮੁਕਤੀ ਪਾਉਂਦਾ ਹੈ, ਸੱਚਖੰਡ ਜਾਂਦਾ ਹੈ, ਧਰਮਰਾਜ ਕੋਲ ਨਹੀਂ ਜਾਂਦੀ। ਪਰ ਜਿਹੜਾ ਸਿੱਖ ਸਤਿਗੁਰੂ ਸਰੂਪ ਗੁਰੂ ਨਾਨਕ ਨੂੰ
ਵਾਹਿਗੁਰੂ ਦੇ ਸਰੂਪ ਗੁਰੂ ਨਾਨਕ ਵਾਹਿਗੁਰੂ ਨੂੰ ਤਿਆਗ ਕੇ ਹੋਰ ਦੇਵੀ ਦੇਵਤੇ ਦਾ ਪੁਜਾਰੀ ਹੁੰਦਾ ਹੈ। ਭਾਵ ਗੁਰੂ ਦਾ ਸਿੱਖ ਹੋ ਕੇ ਹੋਰਨਾਂ ਦੇਵੀ ਦੇਵਤਿਆਂ ਅਤੇ ਆਪ ਬਣੇ ਸੰਤ ਮਹਾਤਮਾ ਤੇ ਮੱਥਾ ਰਗੜਦਾ ਹੈ ਅਤੇ ਪੂਜਦਾ ਹੈ ਤੇ ਉਸ ਦਾ ਗੁਰੂ ਨਾਲ ਸਨੇਹ ਪਖੰਡ ਹੈ। ਐਸਾ ਕਲੰਕੀ ਮਨੁੱਖ ਕਦੇ ਮੁਕਤੀ ਨਹੀਂ ਪਾ ਸਕਦਾ। ਧਰਮਰਾਜ ਦੇਖੇ ਕਿਵੇਂ ਪਾੜ ਕੇ ਭੁੰਨ ਕੇ ਉਹਨੂੰ ਖਾਂਦਾ, ਇਹ ਵੀ ਦੇਖ ਲੈਣਾ। ਜੋ ਕੋ ਮਵਾਸ ਸਾਧ ਭੂਮੀਆਂ ਮਵਾਸ ਆਕੀ ਬਾਗੀ ਮਿਊਟਨਸ, ਜੋ ਕੋ ਮਵਾਸ ਸਾਧ ਭੂਮੀਆਂ ਮਿਲਾਵੇ ਆਨ ਤਾਂ ਪਰ ਪ੍ਰਸੰਨ ਹੋਤ ਨਿਰਖ ਨਰਿੰਦ ਜੀ। ਤੋ ਜੇ ਕੋਈ ਸੂਰਬੀਰ ਕਿਸੇ ਆਕੀ ਜਗੀਰਦਾਰ ਨੂੰ ਜਿੱਤ ਕੇ ਰਾਜੇ ਨਾਲ ਆਨ ਮਿਲਾਉਂਦਾ ਹੈ ਤਾਂ ਰਾਜਾ ਇਹ ਵੇਖ ਕੇ ਉਸ ਨੂੰ ਪ੍ਰਸੰਨ ਹੋ ਜਾਂਦਾ ਹੈ ਤੇ ਖੁਸ਼ੀਆਂ ਬਖਸ਼ਦਾ। ਤੋ ਜੋ ਕੋ ਨਿਰਪਰਤ ਭਿਰਤ ਭਾਗ ਭੂਮੀਆਂ ਪੈ ਜਾਏ, ਸੋ ਧਾਏ ਮਾਰੇ ਭੂਮੀਆਂ ਸਹਿਤ ਹੀ ਰਜਿੰਦ ਸੀ ਜੀ। ਤੇ ਜੇ ਕੋਈ ਰਾਜੇ ਦਾ ਸੇਵਕ ਰਾਜੇ ਪਾਸੋਂ ਨਸ ਕੇ ਕਿਸੇ ਆਕੀ ਜਗੀਰਦਾਰ ਪਾਸ ਜਾ ਓਟ ਲਵੇ ਤਾਂ ਮਹਾਰਾਜਾ ਚੜ੍ਹਾਈ ਕਰਕੇ ਉਸ ਨੂੰ ਬਾਗੀ ਜਗੀਰਦਾਰ ਸਮੇਤ ਮਾਰ ਮਕਾਉਂਦਾ ਹੈ। ਆਨ ਕੋ ਸੇਵਕ ਰਾਜ ਦੁਆਰ ਜਾਏ ਸ਼ੋਭਾ ਪਾਵੇ, ਆਨ ਕੋ ਸੇਵਕ ਰਾਜ ਦੁਆਰ ਜਾਏ ਸ਼ੋਭਾ ਪਾਵੇ, ਸੇਵਕ ਨਰੇਸ਼ ਆਨ ਦੁਆਰ ਜਾਤ ਨਿੰਦ ਜੀ। ਕਿਸੇ ਹੋਰ ਦਾ ਸੇਵਕ ਜੇ ਰਾਜੇ ਦੇ ਦਰ ਦੀ ਜਾ ਸ਼ਰਨ ਲਵੇ ਤਾਂ ਉਹ ਉੱਥੇ ਸ਼ੋਭਾ ਪਾਉਂਦਾ ਹੈ, ਪਰ ਜੇ ਰਾਜੇ ਦਾ ਸੇਵਕ ਕਿਸੇ ਹੋਰ ਦੁਆਰੇ ਚਲਾ ਜਾਏ ਤਾਂ ਉਸ ਨੂੰ ਨਿੰਦਿਆ ਹੀ ਜਾਂਦਾ ਹੈ। ਤੈਥੇ ਗੁਰ ਸਿੱਖ ਆਨ ਅਨਤ ਸਰਨ ਗੁਰ ਆਨ ਨਾ ਸਮਰੱਥ, ਗੁਰ ਸਿੱਖ ਪ੍ਰਤ ਬਿੰਦ ਜੀ। ਐਸੇ ਤਰ੍ਹਾਂ ਕਿਸੇ ਹੋਰ ਥਾਂ ਦਾ ਕਿਸੇ ਦੇਵੀ ਦੇਵਤੇ ਨੂੰ ਮੰਨਣ ਵਾਲਾ, ਦੇਹਧਾਰੀ ਨੂੰ ਮੰਨਣ ਵਾਲਾ, ਮੜੀ ਮਸਾਣੀ ਨੂੰ ਮੰਨਣ ਵਾਲਾ ਕੋਈ ਸੇਵਕ ਸਤਿਗੁਰੂ ਦਾ ਗੁਰਸਿੱਖ ਹੋ ਕੇ ਆਉਂਦਾ ਹੈ, ਗੁਰੂ ਸਾਹਿਬ ਜੀ ਮੈਨੂੰ ਅੰਮ੍ਰਿਤ ਛਕਾਓ, ਤਾਂ ਸਤਿਗੁਰੂ ਜੀ ਉਸ ਨੂੰ ਸ਼ਰਨ ਦਿੰਦੇ ਹਨ ਤੇ ਨਾਮ ਗੁਰਮੰਤਰ ਅੰਮ੍ਰਿਤ ਛਕਾ ਕੇ ਵਾਹਿਗੁਰੂ ਸਿਮਰਨ ਦੀ ਦੀਖਿਆ ਦੇ ਕੇ ਬਖਸ਼ਿਸ਼ ਕਰਦੇ ਹਨ। ਪਰ ਸਤਿਗੁਰੂ ਦੇ ਵਰਸ ਆਏ ਹੋਏ ਗੁਰਸਿੱਖ ਨੂੰ ਹੋਰ ਕੋਈ ਦੇਵੀ ਦੇਵਤਾ ਸ਼ਰਨ ਦੇਣ ਨੂੰ ਰਤਾ ਜਿੰਨਾ ਵੀ ਸਮਰੱਥ ਨਹੀਂ। ਸਤਿਗੁਰੂ ਦੇ ਸੇਵਕ ਨੂੰ ਹੋਰ ਕੋਈ ਦੇਵੀ ਦੇਵਤਾ ਸ਼ਰਨ ਦੇਣ ਦੇ ਸਮਰੱਥ ਹੀ ਨਹੀਂ ਹੈਗਾ। ਮੈਂ ਇੱਕ ਵਾਰੀ ਤੁਹਾਨੂੰ ਹੁਣ ਗੱਲ ਕਰਦਾ, ਸਮ ਟਾਈਮ ਨੋ ਬਹੁਤ ਗੁੜ ਗਿਆਨੀ ਵੀ ਅੰਦਰ ਬੈਠੇ ਹੁੰਦੇ, ਸਿਮਰਨ ਬਿਆਸੀ। ਇੱਕ ਵਾਰੀ ਮੈਂ ਪ੍ਰਚਾਰ ਕਰ ਰਿਹਾ ਸੀ 34 ਸੈਕਟਰ ਚੰਡੀਗੜ੍ਹ, ਉੱਥੇ ਮੈਂ ਕਹਿਤਾ ਦੁਨੀਆ ਦੇ ਸਾਰੀ ਦੇਵੀ ਦੇਵਤੇ ਗੁਰੂ ਨਾਨਕ ਪਾਤਸ਼ਾਹ ਦੇ ਪੈਰ ਦੇ 9 ਦੇ ਬਰਾਬਰ ਨਹੀਂ। ਮੈਂ ਇੰਨੀ ਗੱਲ ਹੀ ਕਹੀ, ਉੱਠ ਕੇ ਬਾਹਰ ਆਇਆ ਤੇ ਮੈਨੂੰ ਇੱਕ ਬੜਾ ਗੁਰਸਿੱਖ ਬੰਦਾ ਮਿਲਿਆ। ਗੁਰਸਿੱਖ ਦਾ ਤੁਹਾਨੂੰ ਪਤਾ ਵਾ, ਨਿਮਰਤਾ ਪਿਆਰ ਆਉਂਦੀਆਂ ਗੱਲ ਨਹੀਂ, ਮੇਰੇ ਗੋਡੀ ਹੱਥ ਲਾ ਦਿੱਤਾ। ਅਰੇ ਵਾਹਿਗੁਰੂ ਜੀ, ਗੋਡੀ ਹੱਥ ਲਾਉਣ ਦੀ ਕੀ ਲੋੜ ਪੈ ਗਈ? ਨਹੀਂ ਕਹਿੰਦਾ ਗੁਰਸਿੱਖ ਨਹੀਂ, ਮੈਂ ਕਿ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਕਹਿੰਦਾ ਤੁਸੀਂ ਕਿਹਾ ਸਾਰੇ ਦੇਵੀ ਦੇਵਤੇ ਗੁਰੂ ਨਾਨਕ ਪਾਤਸ਼ਾਹ ਦੀ 9 ਦੇ ਮੈਲ ਬਰਾਬਰ ਨੇ। ਹਾਂਜੀ ਮੈਂ ਕਿਹਾ ਕੋਈ ਗਲਤੀ ਹੋ ਗਈ? ਨਹੀਂ ਕਹਿੰਦਾ 9 ਦੀ ਮੈਲ ਤਾਂ ਫਿਰ ਕਹਿੰਦਾ ਚੰਗੀ ਆ, ਫਿਰ ਤਾਂ ਮਲ ਮੂਤਰ ਦੇ ਬਰਾਬਰ ਨੇ, ਮਲ ਹੁੰਦੀ ਟੱਟੀ। ਮੈਂ ਤੁਸੀਂ ਪੈਰ ਦੀ 9 ਤਾਂ ਫਿਰ ਚੰਗੀ ਆ। ਕੋਈ ਦੇਵੀ ਦੇਵਤਾ ਗੁਰੂ ਨਾਨਕ ਦੇ ਮਲ ਮੂਤਰ ਦੇ ਬਰਾਬਰ ਨਹੀਂ ਹੈ। 24 ਸੈਕਟਰ 'ਚ ਮੈਨੂੰ ਇੱਕ ਗੁਰਸਿੱਖ ਨੇ ਕਿਹਾ ਵਾਹਿਗੁਰੂ ਵਾਹਿਗੁਰੂ। ਉਹਦਾ ਦੇਖੋ ਕਿੰਨਾ ਗਿਆਨ ਹੋਏਗਾ। ਦੇਖਿਆ ਜੀ, ਮੇਰਾ ਗਿਆਨ ਉਹਦੇ ਨਾਲ ਥੋੜਾ ਸੀਗਾ। ਮੈਂ ਪੈਰ ਦੇ 9 ਦੀ ਮੈਲ ਕਹਿਤੀ, ਕਹਿੰਦਾ ਨਹੀਂ ਮੈਲ ਨਹੀਂ ਸੀ ਕਹਿਣੀ, ਪੈਰ ਦੇ 9 ਦੀ ਮੈਲ ਤਾਂ ਫਿਰ ਚੰਗੀ ਹੈ। ਕੋਈ ਦੇਵੀ ਦੇਵਤਾ ਗੁਰੂ ਨਾਨਕ ਪਾਤਸ਼ਾਹ ਦੇ ਮਲ ਮੂਤਰ ਦੇ ਬਰਾਬਰ ਨਹੀਂ। ਕਹਿੰਦਾ ਵਾਹਿਗੁਰੂ ਵਾਹਿਗੁਰੂ। ਤੇ ਆਪਾਂ ਗੁਰੂ ਨਾਨਕ ਨੂੰ ਛੱਡ ਕੇ ਆਪਾਂ ਮਲ ਮੂਤਰ ਕੋਲ ਹੀ ਜਾ ਰਹੇ ਹਾਂ। ਆਪਾਂ ਨੂੰ ਕਿਹੜੀ ਅਕਲ? ਆਪਾਂ ਨੂੰ ਅਕਲ ਨਹੀਂ ਪਾਈ। ਇਹ ਕਦੋਂ ਆਏਗੀ? ਇਹ ਵਾਹਿਗੁਰੂ, ਇਹ ਗੁਰਸਿੱਖਾਂ ਨੂੰ ਅਕਲ ਕਦੋਂ ਆਏਗੀ? ਵਾਹਿਗੁਰੂ ਜੈਸੇ ਉਪਨ ਆਂਬ ਸਿੰਬਲ ਹੈ, ਊਚ ਨੀਚ ਨੇਫਲ ਸਫਲ ਪ੍ਰਗਟ ਪਹਿਚਾਨੀਏ। ਜਿਵੇਂ ਬਾਗ ਵਿੱਚ ਅੰਬ ਤੇ ਸਿੰਬਲ ਦੇ ਬ੍ਰਿਸ਼ ਹੁੰਦੇ ਹਨ, ਪਰ ਅੰਬ ਦਾ ਰੁੱਖ ਫਲ ਸਹਿਤ ਹੋਣ ਕਰਕੇ ਉੱਚੇ ਗੁਣ ਵਾਲਾ ਤੇ ਸਿੰਬਲ ਦਾ ਰੁੱਖ ਫਲਹੀਣ ਹੋਣ ਕਰਕੇ ਨੀਵੇਂ ਗੁਣ ਵਾਲਾ ਪ੍ਰਗਟ ਤੌਰ ਤੇ ਮੰਨਿਆ ਜਾਂਦਾ। ਠੀਕ ਹੈ, ਮੰਨਿਆ ਜਾਂਦਾ, ਬਿਲਕੁਲ ਸਹੀ ਗੱਲ ਹੈ। ਚੰਦਨ ਸਮੀਪ ਜੈਸੇ ਬਾਂਸ ਔਰ ਬਨਸਪਤੀ ਗੰਧ ਨਿਰਗੰਧ ਸਿਵ ਸਖਤ ਕਹਿ ਜਾਣੀ। ਹੁਣ ਜਿਵੇਂ ਚੰਦਨ ਦੇ ਨੇੜੇ ਬਾਂਸ ਤੇ ਹੋਰ ਬਨਸਪਤੀ ਬ੍ਰਿਸ਼ ਬੂਟੇ ਹੁੰਦੇ ਹਨ, ਪਰ
ਪਰ ਬਾਂਸ ਸੁਗੰਧੀਹੀਨ ਰਹਿਣ ਕਰਕੇ ਤਾਮਸੀ ਹੰਕਾਰੀ ਪ੍ਰਭਾਵ ਵਿੱਚ ਅਤੇ ਹੋਰ ਬ੍ਰਿਸ਼ ਬੂਟੇ ਚੰਦਨ ਦੀ ਸੁਗੰਧੀ ਗ੍ਰਹਿਣ ਕਰਕੇ ਸ਼ਾਂਤ ਪ੍ਰਭਾਵ ਵਾਲੇ ਜਾਣੇ ਜਾਂਦੇ ਹਨ। ਠੀਕ ਹੈ, ਜਾਣੇ ਜਾਂਦੇ ਹਨ, ਹਾਂਜੀ ਜਾਣੇ ਜਾਂਦੇ ਹਨ, ਬੜੀ ਠੀਕ ਗੱਲ ਹੈ। ਤੋ ਸੀਪ ਸੰਖ ਦਿਉ ਸੀਪ ਸੰਖ ਦੋ ਜੈਸੇ ਰਹਿਤ ਸਮੁੰਦਰ ਵਿਖੇ ਸੀਪ ਤੇ ਸੰਖ ਤੋ ਸ਼ਾਂਤ ਬੂੰਦ ਸੰਤਤ ਨਾ ਸਮਤ ਵਿਧਾਨੀ। ਕਹਿੰਦੇ ਜਿਵੇਂ ਸਿੱਪੀ ਤੇ ਸੰਖ ਦੋਵੇਂ ਸਮੁੰਦਰ ਵਿੱਚ ਹੁੰਦੇ ਹਨ, ਹਾਂਜੀ ਹੁੰਦੇ ਹਨ, ਬਿਲਕੁਲ ਗੱਲ ਸਹੀ ਹੈ। ਪਰ ਸਵਾਤੀ ਬੂੰਦ ਨੂੰ ਗ੍ਰਹਿਣ ਕਰਕੇ ਸਿੱਪੀ ਤਾਂ ਮੋਲਕ ਮੋਤੀ ਦੀ ਸੰਤਾਨ ਵਾਲੀ ਬਣ ਜਾਂਦੀ ਹੈ ਤੇ ਸੰਖ ਥੋਥਾ ਰਹਿਣ ਕਰਕੇ ਰਹਿ ਜਾਣ ਕਰਕੇ ਤੋ ਰੀਤੀ ਅਨੁਸਾਰ ਇੱਕੋ ਜਿਹਾ ਨਹੀਂ ਹੋ ਸਕਦੇ। ਉਹ ਧਾਹਾਂ ਮਾਰਦਾ ਹੈ, ਉਹ ਤਾਂ ਮੋਤੀ ਵਾਲੀ ਬਣ ਗਈ, ਉਹ ਧਾਹਾਂ ਮਾਰਦਾ। ਤੈਸੇ ਗੁਰਦੇਵ ਆਨ ਦੇਵ ਸੇਵ ਕੰਨ ਭੇਦ ਔਰ ਅੰਬਦ ਨਿਮਰਤਾ ਅਮਾਨ ਜਗ ਮਾਨੀਏ। ਉਹ ਇਸੇ ਤਰ੍ਹਾਂ ਹੀ ਸੱਚ ਪਦਾਰਥ ਦੇ ਦਾਤੇ ਮੇਰੇ ਗੁਰੂ ਨਾਨਕ ਤੇ ਦੇਵੀ ਦੇਵਤਿਆਂ ਦੇ ਸੇਵਕਾਂ ਦਾ ਫਰਕ ਹੈ ਭਾਈ। ਦੇਵਤਿਆਂ ਦੇ ਸੇਵਕ ਹੰਕਾਰੀ ਬੁੱਧੀ ਵਾਲੇ ਤੇ ਸਤ ਸਰੂਪ ਗੁਰੂ ਨਾਨਕ ਜੀ ਦੇ ਸਿੱਖ ਨਿਰ ਅਭਿਮਾਨ ਤੇ ਨਿਮਰਤਾ ਵਾਲੇ ਜਗਤ ਮੰਦਾ ਹੈ। ਜੈਸੇ ਪਤ ਬਿਰਤਾ ਪਰ ਪੁਰਖੇ ਨ ਦੇਖਿਓ ਚਾਹੇ ਪੂਰਨ ਪ੍ਰਤ ਵਰਤਾ ਕਿ ਪਤ ਹੀ ਕੇ ਧਿਆਨ ਹੈ। ਜਿਵੇਂ ਪਤੀ ਵਰਤਾ ਇਸਤਰੀ ਪਰਾਏ ਪੁਰਖ ਨੂੰ ਵੇਖਣਾ ਵੀ ਨਹੀਂ ਚਾਹੁੰਦੀ ਤੇ ਪੂਰਨ ਪ੍ਰਤੀ ਵਰਤਾ ਧਰਮ ਦੀ ਧਾਰਨੀ ਹੋ ਕੇ ਉਸ ਦਾ ਧਿਆਨ ਕੇਵਲ ਆਪਣੇ ਪਤੀ ਵਿੱਚ ਹੀ ਹੁੰਦਾ ਹੈ। ਤੋ ਸੱਚ ਸਰਿਤਾ ਸਮੁੰਦਰ ਚਾਤਰਕ ਨਾ ਚਾਹੇ ਕਾਹੂ ਆਸ ਧਨ ਬੂੰਦ ਪ੍ਰਿਆ ਗੁਣ ਗਿਆਨ ਹੈ। ਤੇ ਜਿਵੇਂ ਬਬੀਹਾ ਕਿਸੇ ਸਰੋਵਰ ਨਦੀ ਦਾ ਸਮੁੰਦਰ ਦਾ ਜਲ ਨਹੀਂ ਚਾਹੁੰਦਾ, ਸੋ ਬੱਦਲ ਦੀ ਸਵਾਤੀ ਬੂੰਦ ਹੀ ਇੱਕੋ ਆਸ ਵਿੱਚ ਪ੍ਰਿਓ ਗੁਣ ਗਾਉਣੇ ਹੀ ਉਹ ਜਾਣਦਾ ਹੈ। ਪ੍ਰਿਓ ਹੀ ਕੁੱਕੀ ਜਾਂਦਾ। ਤੋ ਦਿਨ ਕਰ ਉਹ ਭੋਰ ਚਾਹਤ ਨਹੀਂ ਚਕੋਰ ਮਨ ਬਚ ਕਰਮ ਹਿਮ ਕਰ ਪ੍ਰੇ ਪ੍ਰਾਨ ਹੈ। ਜਿਵੇਂ ਚਕੋਰ ਲੋ ਫੁੱਟਣ ਤੇ ਵੀ ਸੂਰਜ ਵਾਲੇ ਪਾਸੇ ਵੇਖਣਾ ਨਹੀਂ ਚਾਹੁੰਦੀ, ਕਿਉਂ ਕਿ ਮਨ ਪਾਣੀ ਤੇ ਕਰਮ ਕਰਕੇ ਭਾਵ ਹਿਤੋਂ ਚਿਤੋਂ ਚੰਦਰਮਾ ਹੀ ਉਸ ਦਾ ਪ੍ਰਾਣ ਪਿਆਰਾ ਹੈ। ਤੋ ਤੈਸੇ ਗੁਰ ਸਿੱਖ ਆਨ ਦੇਵ ਸੇਵ ਰਹਿਤ ਮੈਂ ਸਹਿਜ ਸੁਭਾਵ ਨਾ ਵਿਗਿਆ ਅਭਿਮਾਨ ਹੈ। ਇਵੇਂ ਸਤਿਗੁਰੂ ਮੇਰੇ ਗੁਰੂ ਨਾਨਕ ਦਾ ਅੰਮ੍ਰਿਤਧਾਰੀ ਗੁਰਸਿੱਖ ਆਪਣੇ ਪ੍ਰਾਣ ਪਿਆਰੇ ਗੁਰੂ ਨਾਨਕ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦੀ ਆਰਾਧਨਾ ਤੋਂ ਰਹਿਤ ਹੁੰਦਾ ਹੈ, ਪਰੰਤੂ ਸ਼ਾਂਤ ਸੁਭਾਅ ਵਿੱਚ ਰਹਿ ਕੇ ਨਾ ਕਿਸੇ ਦਾ ਨਿਰਾਦਰ ਕਰਦਾ ਹੈ ਤੇ ਨਾ ਹੀ ਆਪਣੀ ਉਤਮਤਾ ਦਾ ਹੰਕਾਰ ਕਰਦਾ ਹੈ। ਸਹਿਜ ਸੁਭਾਵ ਨਾ ਵਿਗਿਆ ਅਭਿਮਾਨ। ਸੋ ਦੋਏ ਦਰਪਣ ਦੇਖੇ ਏਕ ਸਹਿ ਅਨੇਕ ਰੂਪ ਦੋਏ ਨਾਗ ਪਾਪ ਧਰੇ ਪਹੁੰਚੇ ਨਾ ਪਾਰ ਹੈ। ਦੇਖੋ ਜੀ, ਜਿਵੇਂ ਇੱਕੋ ਸਮੇਂ ਦੋ ਲਾਗਲੇ ਸ਼ੀਸ਼ਿਆਂ ਵਿੱਚ ਵੇਖਿਆ ਤੇ ਇੱਕ ਤੋਂ ਵੱਧ ਕਈ ਰੂਪ ਦਿਸਦੇ ਹਨ ਅਤੇ ਦੋ ਬੇੜੀਆਂ ਦੇ ਵਿੱਚ ਪੈਰ ਰੱਖੀਏ ਤੇ ਨਦੀ ਤੋਂ ਪਾਰ ਨਹੀਂ ਪਹੁੰਚ ਸਕੀਦਾ। ਦੋਏ ਦਿਸ਼ਾ ਗਹਾਏ ਸਹਿ ਹਾਥ ਪਾਉ ਟੂਟੇ ਤੇ ਦੁਰਾਹੇ ਦੋ ਚਿੱਤ ਹੋਏ ਭੂਲ ਪੱਗ ਧਾਰ ਹੈ। ਤੋ ਜਿਵੇਂ ਦੋ ਪਾਸਿਆਂ ਤੋਂ ਫੜਨ ਫੜਾਉਣ ਨਾਲ ਦੋ ਪਾਸੜ ਖਿੱਚੇ ਜਾਇਆ ਹੱਥ ਪੈਰ ਤੜਾਉਂਦਾ ਹੈ ਅਤੇ ਦੋ ਰਾਹ ਤੇ ਮੋੜ ਉੱਤੇ ਜੁਟਿੱਤਾ ਹੋਣ ਨਾਲ ਭੁੱਲ ਕੇ ਪੈਰ ਰੱਖੀਦਾ, ਭੁੱਲ ਕੇ ਪੈਰ ਦੁਰਾਹੇ। ਦੋਏ ਭੂਪ ਤਾਂ ਕੋ ਗਾਓ ਪਰਜਾ ਨਾ ਸੁਖੀ ਹੋਤ ਤੋ ਦੋਏ ਪੁਰਖਨ ਕੀ ਨਾ ਕੁਲਾ ਬੱਧੂ ਨਾਰ ਹੈ। ਤੋ ਜਿਵੇਂ ਜਿਸ ਨਗਰੀ ਦੇ ਦੋ ਰਾਜੇ ਹੋਣ ਉਸ ਨਗਰੀ ਦੀ ਪ੍ਰਜਾ ਸੁਖੀ ਨਹੀਂ ਵਸ ਸਕਦੀ ਤੇ ਦੋ ਮਨੁੱਖਾਂ ਦੀ ਇਸਤਰੀ ਕੁਲਵੰਤੀ ਪਤੀ ਵਰਤਾ ਨਹੀਂ ਹੋ ਸਕਦੀ। ਦੋ ਮਨੁੱਖਾਂ ਦੀ ਇਸਤਰੀ ਤੋ ਗੁਰ ਸਿੱਖ ਹੋਏ ਆਨ ਦੇਵ ਸੇਵ ਟੀਵ ਗਹੇ ਸਹੇ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਇਉਂ ਹੀ ਜੇ ਕੋਈ ਗੁਰੂ ਦਾ ਸਿੱਖ ਸਤਿਗੁਰੂ ਤੋਂ ਬਿਨਾਂ ਅੰਮ੍ਰਿਤ ਨਹੀਂ ਛਕਿਆ ਹੋਰ ਦੇਵੀ ਦੇਵਤੇ ਦੇਹ ਧਾਰੀ ਗੁਰੂ ਕੋਲ ਚਲਾ ਗਿਆ, ਉਹਦਾ ਉਪਾਸ਼ਨਾ ਦਾ ਝੱਸ ਵੀ ਪੂਰਾ ਕਰਦਾ ਤਾਂ ਉਸ ਦਾ ਪਾਰ ਉਤਾਰਾ ਤਾਂ ਕੀ ਹੋਣਾ, ਸਗੋਂ ਜਮਾਂ ਦਾ ਡੰਡ ਸਹਿੰਦਾ, ਨਰਕਾਂ ਵਿੱਚ ਜਾਊਗਾ ਤੇ ਸੰਸਾਰ ਉਸਦੇ ਜੀਵਨ ਨੂੰ ਤਰਕਾਰ ਜੋਗ ਆਖਦਾ। ਫਿਟੇ ਲਾਂਤ ਤੇਰੇ ਗੁਰੂ ਨਾਨਕ ਨੂੰ ਛੱਡ ਕੇ ਦੇਹ ਧਾਰੀ ਗੁਰੂ ਕੋਲ ਚਲਾ ਗਿਆ, ਫਿਟੇ ਮੂੰਹ ਤੇਰੇ, ਫਿਟੇ ਮੂੰਹ ਤੇਰੇ। ਸੁਣ ਲਿਆ ਵਾਹਿਗੁਰੂ, ਸੁਣ ਲਿਆ ਵਾਹਿਗੁਰੂ। ਜੈਸੇ ਤੋ ਬਿਰਖ ਮੂਲ ਸੀਚੀਏ ਸਲਲ ਤਾਕੇ ਤੋ ਸਾਖਾ ਸਾਖਾ ਪੱਤਰ ਪੱਤਰ ਕਰ ਹਰਿਓ ਹੋਏ ਹੈ।
सो जिवें कि बच्छर बिरछ दे मुੱਢ ਨੂੰ पानी ਸਿੰਚ दईए तो डाली पानी पानी पत्ता पत्ता हरा भरा हो जाता है। सो जैसे पतिव्रत अत सावधान सकल कुटुंब सो प्रसन्न धन सोए है। जिवें पतिव्रता इस्त्री सच स्वरूप पतिव्रता धर्म ਨੂੰ पालदी हुई पति की सेवा में सावधान रहिंदी है ते सारा परिवार बड़ी प्रशंसा विच उसनूं धन धन आखदा है। जैसे मुख द्वार मिष्टान पान भोजन कै अंग अंग पुष्ट पुष्ट अवलोए है। जिवें मूँह द्वारा मिठा भोजन खाण नाल शरीर का अंग अंग रज्या पुज्या ते तकड़ा होया वेखीदा है। तो तैसे गुरुदेव सेव एक टेक जाहे ताहे सुर नर बार बू कोट मधे कोई है। तो तिवें इसे तरह ही आग्याकारी गुरसिख नूं होर देवी देवते की थां केवल एक अपने गुरुदेव की सेवा कमाउण हुक्म मन्नण की ही ओट हुंदी है। तो उसके सारे मनुख ते देवी देवते वारा वर मंग जा भला बुरा आखदे हन। पर सतगुरु दा जिहा हुक्मी बंदा करोड़ां विचों कोई विरला हुंदा, करोड़ां विचों कोई विरला। भाई गुरु नानक नूं छड्ड के देवी देवते कोल देह तारी गुरु कोल जाना गुरु नानक नूं ही कलंकत करन वाली गल आ। तो भाई तुहानूं समझ नहीं आई गुरु नानक दी। सो गुरु नानक नूं छड्ड के नहीं जाना, गुरु नानक नूं छड्ड के नहीं जाना। वाहिगुरू गुरु नानक नूं छड्ड के गुरु ग्रंथ साहिब जी नूं छड्ड के गुरुद्वारे नूं छड्ड के सगों होरनां नूं प्रेरणा है। भाई उच्चा सुच्चा वाहिगुरू वाहिगुरू जी नूं मत्था टेकदा वाहिगुरू सचखंड जिहदा प्रकाश है वाहिगुरू चार पातशाहियां चार वाहिगुरू जी की गोद च बैठते आ। गुरु ग्रंथ साहिब जी की चाज पर औखी है अमृत छक के रहत रखनी कुरैत छड्डनी। वाहिगुरू ही बख्शिश बख्शिश लै लो झोली अड्ड के। वाहिगुरू तेरे दर ते आया बख्शिश कर दे, वाहिगुरू तेरे दर ते आया बख्शिश कर दे। गुरु कृपा करेगा, वाहिगुरू मेहर करेगा, सानू समझ आ। जैसो पारो खात गात बबिद विकार होत सोई पारो खात गात होत उपचार है। जिमें ओही कच्चा पारा खाण नाल शरीर विच कई तरह के रोग उत्पन्न हो जाते हैं ते ओही पारा शुद्ध किया खादिया वो जिमें मार लईदा जिन्हों आपां कहने पारा मार लिया। सो पारा वधिया शरीरक रोगों का इलाज बन जाता। पारा मार लेंदे ना वैद लोग पारा मार लेंदे ते वो बहुत रोगों का इलाज करता है। सोई पारो परसत कंचने सोख ने लेत ते सोई पारो परस तांबो कनक धार है। जिमें उसे कच्चे पारे दे घोल विच सोना पिया छड़ उड़ जाता है, सोना पिया उड़ जाता है। उही कच्चे पारे दे घोल विच सोना पिया उड़ जाता है। सोना पा दिया ना पारे विच ते सोना खत्म हो जाता है। ते उसी रसायन रूप पारे नाल मिल के तांबा सोने का रूप धार लेंदा। कई लोग जोगी लोगों को ढंग पता है। इट केम इन पेपर आल्सो वन टाइम कि पारा टर्न इनटू गोल्ड। तो वड्डे वड्डे घरों में जोगी लोग जाते सन तो वह बिरले होनी इन्हों का नाम आया सी। तो ये सेवा करते सन उन्होंने उन्होंने इन्नी सेवा अमीर सन बहुत बिरले होनी तो उन्होंने इन्नी सेवा की इन्नी सेवा की तो इन्हें अच्छा लिया लिया पारा लिया। तो वह पारा लिया तो पारा लिया के उन्होंने वो रसायन जिमें इत्थे लिखे उन्होंने वो रसायन इट केम इन पेपर मरकरी टर्न इनटू गोल्ड। तो उन्होंने तांबे विच जिवें भाई गुरदास जी ने उत्थे उही रसायन रूप पारे नाल मिल के तांबा सोने का रूप धार लेंदा। उन्हें तांबा मंगवा लिया, तांबा उन्हें 10 किलो 20 किलो मंगवा लिया, उधरों पारा मंगवा लिया। सो पारे नूं कुछ करते हैं रसायन कहते हैं जिवें मारना कुछ करते सीधा पारा नहीं वो कोई ढंग आ तो मिल के सोना हो गया। मतलब अमीर बिरले होनी बहुत अमीर कित्थों हुई मेरे कहने तो भाव ये पेपर च आया सी। बिरले होनी बहुत अमीर कित्थों हुए फिर वो ढंग दस गए ये फिर तांबे नूं इदां पारा मार के ते सोना कर लेंदे सन। सोई पारो अगो होना हाथन कह गयो जाए सोई पारो गुटका हुए सिद्ध नमस्कार है। सो जिमें ओही पारा
ਇਤਨਾ ਚਲਾਇਮਾਨ ਹੈ ਕਿ ਹੱਥਾਂ ਵਿੱਚ ਫੜਿਆ ਨਹੀਂ ਜਾ ਸਕਦਾ। ਪਰ ਉਹ ਪਾਰਾ ਜੋਗੀਆਂ ਦਾ ਗੁਟਕਾ ਗੋਲੀ ਬਣ ਕੇ ਸਿੱਧਾ ਲਈ ਵੀ ਸਤਿਕਾਰਯੋਗ ਬਣ ਜਾਂਦਾ ਹੈ। ਮਤਲਬ ਉਹ ਵਸ ਕਰ ਲੈਂਦੇ, ਮਾਰ ਲੈਂਦੇ ਉਹਨੂੰ, ਉਹਨਾਂ ਨੂੰ ਢੰਗ ਆਉਂਦੇ ਕਹਿਣ ਤੋਂ ਭਾਵ। ਤੋ ਮਾਨਸ ਜਨਮ ਪਾਏ ਜੈਸੀ ਇਹ ਸੰਗਤ ਮਿਲੇ ਤੈਸੀ ਭਾਵੇਂ ਪਦਵੀ ਪ੍ਰਾਪਤ ਅਧਿਕਾਰ ਹੈ। ਹੁਣ 6 ਗੱਲਾਂ ਦੱਸਦੀਆਂ ਪਾਰੇ ਬਾਰੇ। ਕੱਚਾ ਪਾਰਾ ਬਹੁਤ ਰੋਗ ਪੈਦਾ ਕਰਦਾ ਹੈ ਤੇ ਮਾਰਿਆ ਹੋਇਆ ਪਾਰਾ ਬਹੁਤ ਸਾਰੇ ਰੋਗ ਮਿਟਾ ਦਿੰਦਾ ਹੈ। ਪਾਰੇ ਵਿੱਚ ਸੋਨਾ ਪਾ ਦਈਏ ਤੇ ਸੋਨਾ ਗਲ ਜਾਂਦਾ ਹੈ, ਤਾਂਬੇ ਵਿੱਚ ਪਾਰਾ ਪਾ ਦਈਏ ਤੇ ਸੋਨਾ ਬਣ ਜਾਂਦਾ ਹੈ। ਦੇਖਿਆ ਜੀ, ਮਤਲਬ ਦੱਸੇ ਨਾ ਗੱਲਾਂ, ਇਸ ਤਰ੍ਹਾਂ ਪਾਰੇ ਦੀਆਂ ਗੱਲਾਂ ਦਸੀਆਂ। ਤੋ ਜੈਸੇ ਮੁੱਖ ਦੁਆਰ, ਜੈਸੇ ਪਾਰੋ ਹੱਥ ਵਿੱਚ ਆਉਂਦਾ ਨਹੀਂ, ਉਹੀ ਪਾਰਾ ਗੁਟਕਾ ਹੋ ਕੇ ਸਿੱਧ ਲੋਕ ਉਹਨੂੰ ਮਾਰ ਕੇ ਉਹਨੂੰ ਵਰਤਦੇ ਤੇ ਨਮਸਕਾਰ ਹੈ ਭਾਈ, ਉਹਨੂੰ ਸਤਿਕਾਰਯੋਗ ਚੀਜ਼ ਹੈ। तो ऐसे जैसे मानस जन्म पाए जैसी ये संगत मिले तैसी भावे पदवी प्राप्त अधिकार है। बस ऐसे तरह